ਕਥਾ ਸੁਧਾਰੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਕਹਿ ਸੁਨ ਕਰ ਇਮ ਸੰਧਿਆ ਹੋਈ, ਨਿਜ ਨਿਜ ਥਾਨ ਗਏ ਸਭ ਕੋਈ। ਪੇਖ ਸਰੂਪ ਸੁਨ ਬਾਕ ਅਮੋਲੇ, ਕਰ ਵਜ਼ੀਰ ਖਾਂ ਆਨੰਦ ਅਤੋਲੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਗੁਰੂ ਕੀ ਸਾਜੀ ਨਵਾਜੀ ਗੁਰੂ ਖਾਲਸਾ ਸਾਧ ਸੰਗਤ ਜੀ, ਸਤਿਗੁਰਾਂ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਹਾਜ਼ਰੀਆਂ ਭਰ ਕੇ ਆਪ ਜੀ ਗੁਰਬਾਣੀ ਦਾ ਆਨੰਦ ਮਾਣ ਰਹੇ ਹੋ ਔਰ ਹਰ ਰੋਜ਼ ਗੁਰ ਇਤਿਹਾਸ ਦੀ ਲੜੀਵਾਰ ਕਥਾ ਸਰਵਣ ਕਰਦੇ ਹੋ। ਆਪਾਂ ਪਿਛਲੇ ਪ੍ਰਕਰਣਾਂ ਵਿੱਚ ਸਰਵਣ ਕਰ ਚੁੱਕੇ ਹਾਂ। ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਹਜ਼ੂਰੀ ਵਿੱਚ ਬਾਦਸ਼ਾਹ ਨੇ ਵਜ਼ੀਰ ਖਾਂ ਨੂੰ ਭੇਜਿਆ ਤੇ ਨਾਲ ਕਿੰਚ ਬੇਗ ਨੂੰ ਭੇਜਿਆ, ਕਿਉਂਕਿ ਚੰਦੂ ਵਰਗੇ ਦੁਸ਼ਟ ਗੁਰੂ ਸਾਹਿਬ ਜੀ ਦੇ ਖਿਲਾਫ ਰੋਜ਼ ਚੁਗਲੀਆਂ ਕਰਦੇ ਸਨ। ਬਾਦਸ਼ਾਹ ਨੇ ਇਸ ਗੱਲ ਦੀ ਤਸਦੀਕ ਕਰਨ ਵਾਸਤੇ ਵਜ਼ੀਰ ਖਾਂ ਦੀ ਡਿਊਟੀ ਵੀ ਲਾਈ ਅਤੇ ਵਜ਼ੀਰ ਖਾਂ ਨੂੰ ਕਿਹਾ ਕਿ ਗੁਰੂ ਸਾਹਿਬ ਨੂੰ ਬੇਨਤੀ ਕਰਨ ਕਿ ਉਹ ਦਿੱਲੀ ਆ ਕੇ ਆਪਣੇ ਪਾਵਨ ਦਰਸ਼ਨ ਸਾਨੂੰ ਬਖਸ਼ਿਸ਼ ਕਰਨ। ਵਜ਼ੀਰ ਖਾਂ ਸ੍ਰੀ ਅੰਮ੍ਰਿਤਸਰ ਬਹੁਤ ਵਧੀਆ ਤੋਹਫੇ ਭੇਟਾਂ ਲੈ ਕੇ ਆਇਆ। ਸ੍ਰੀ ਅਕਾਲ ਤਖਤ ਸਾਹਿਬ ਤੇ ਸਜੇ ਦੀਵਾਨ 'ਚ ਗੁਰੂ ਸਾਹਿਬ ਦੇ ਦਰਸ਼ਨ ਕੀਤੇ। ਫਿਰ ਵਜ਼ੀਰ ਖਾਂ ਨੇ ਬੇਨਤੀ ਕੀਤੀ, ਮਹਾਰਾਜ ਬਾਦਸ਼ਾਹ ਸਲਾਮਤ ਤੁਹਾਡੇ ਦਰਸ਼ਨ ਕਰਨਾ ਚਾਹੁੰਦੇ ਨੇ, ਆਪ ਕਿਰਪਾ ਕਰਕੇ ਦਰਸ਼ਨ ਬਖਸ਼ੋ। ਤੁਹਾਡੇ ਦਿੱਲੀ ਜਾਣ ਨਾਲ ਬਹੁਤ ਸਾਰੇ ਕੰਮ ਸੁਧਰ ਜਾਣਗੇ। ਗੁਰੂ ਘਰ ਦੇ ਜਿਹੜੇ ਦੁਖੀ ਦੁਸ਼ਟ ਹਨ ਉਹਨਾਂ ਨੂੰ ਸੋਧਣ ਦਾ ਮੌਕਾ ਬਣੇਗਾ। ਤਾਂ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਆਪਣੇ ਪ੍ਰੇਮੀ ਵਜ਼ੀਰ ਖਾਂ ਦੀ ਗੱਲ ਸੁਣ ਕੇ ਇਹਦੇ ਉੱਤੇ ਸਾਰੇ ਗੁਰਸਿੱਖਾਂ ਨਾਲ ਅੱਜ ਵਿਚਾਰ ਕਰਨਗੇ, ਆਪਣੀ ਮਾਤਾ ਜੀ ਨਾਲ ਵੀ ਵਿਚਾਰ ਕਰਨਗੇ, ਫਿਰ ਇਹਦੇ ਬਾਰੇ ਨਿਰਣਾ ਹੋਵੇਗਾ। ਉਹ ਕਥਾ ਅੱਗੇ ਸਰਵਣ ਕਰਾਂਗੇ। ਪਿਆਰ ਨਾਲ ਆਖੋ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਕਹਿ ਸੁਨ ਕਰ ਇਮ ਸੰਧਿਆ ਹੋਈ, ਇਸ ਤਰ੍ਹਾਂ ਕਹਿ ਸੁਣ ਕਰਕੇ ਸੰਧਿਆ ਹੋ ਗਈ ਹੈ। ਨਿਜ ਨਿਜ ਥਾਨ ਗਏ ਸਭ ਕੋਈ। ਆਪਣੇ ਆਪਣੇ ਥਾਵਾਂ ਤੇ ਹਰ ਕੋਈ ਆਰਾਮ ਕਰਨ ਚਲਾ ਗਿਆ। ਦੀਵਾਨ ਦੀ ਸਮਾਪਤੀ ਹੋ ਗਈ। ਪੇਖ ਸਰੂਪ ਸੁਨ ਬਾਕ ਅਮੋਲੇ, ਗੁਰੂ ਸਾਹਿਬ ਦੇ ਸੋਹਣੇ ਸਰੂਪ ਦੇ ਦਰਸ਼ਨ ਕਰਕੇ ਔਰ ਸਤਿਗੁਰਾਂ ਦੇ ਅਣਮੁੱਲੇ ਕੀਮਤੀ ਬਚਨ ਸੁਣ ਕੇ ਕਰ ਵਜ਼ੀਰ ਖਾਂ ਆਨੰਦ ਅਤੋਲੇ। ਭਾਈ ਵਜ਼ੀਰ ਖਾਂ ਬੜਾ ਪ੍ਰਸੰਨ ਹੋਇਆ। ਸ੍ਰੀ ਹਰਿਮੰਦਰ ਸਾਹਿਬ ਅਤੇ ਅਕਾਲ ਤਖਤ ਦੇ ਦਰਸ਼ਨ, ਗੁਰੂ ਸਾਹਿਬ ਗੁਰੂ ਹਰਗੋਬਿੰਦ ਸਾਹਿਬ ਦੇ ਦਰਸ਼ਨ ਕਰਕੇ ਬਹੁਤ ਹੀ ਖੁਸ਼ੀ ਮਹਿਸੂਸ ਕੀਤੀ ਹੈ। ਟਿਕਿਓ ਜਾਮਨੀ ਆਪਣੇ ਡੇਰੇ, ਰਾਤ ਨੂੰ ਵਜ਼ੀਰ ਖਾਨ ਆਪਣੇ ਡੇਰੇ ਵਿੱਚ ਟਿਕਿਆ ਹੈ। ਖਾਨ ਪਾਨ ਗੁਰ ਪਠਿਓ ਕਨੇਰੇ। ਮਹਾਰਾਜ ਨੇ ਉਹਦੀ ਫੌਜ ਵਾਸਤੇ, ਉਹਦੇ ਆਲਾ ਅਫਸਰਾਂ ਵਾਸਤੇ ਖਾਣ ਪਾਣ ਦਾ ਵਧੀਆ ਬੰਦੋਬਸਤ ਕੀਤਾ। ਉਹਦੇ ਡੇਰੇ 'ਚ ਲੰਗਰ ਪਾਣੀ, ਘੋੜਿਆਂ ਦਾ ਘਾਹ ਪੱਠਾ, ਰਾਸ਼ਨ ਪਾਣੀ ਭੇਜਿਆ ਹੈ। ਆਪਨ ਮਾਤ ਸੰਗ ਬਾਤ ਜਨਾਈ, ਇੱਧਰ ਆਪਣੇ ਮਾਤਾ ਗੰਗਾ ਜੀ ਨੂੰ ਸਾਰੀ ਗੱਲ ਬਾਤ ਦੱਸੀ ਹੈ। ਹਮ ਹੈ ਸ਼ਾਹੋ ਨੇ ਪਠਿਓ ਬੁਲਾਈ। ਇਹ ਮਾਤਾ ਜੀ ਸਾਨੂੰ ਬਾਦਸ਼ਾਹ ਨੇ ਬੁਲਾ ਭੇਜਿਆ ਹੈ। ਸੁਨਤ ਗੰਗ ਚਿਤ ਚਿੰਤ ਵਿਸਾਲਾ, ਇਹ ਸੁਣ ਕੇ ਮਾਤਾ ਗੰਗਾ ਜੀ ਚਿੰਤਾ ਪੈ ਗਏ। ਬਾਦਸ਼ਾਹ ਨੇ ਕਿਉਂ ਬੁਲਾਇਆ? ਕਿਉਂਕਿ ਅੱਗੇ ਮਹਾਰਾਜ ਪੰਜਵੇਂ ਪਾਤਸ਼ਾਹ ਨੂੰ ਵੀ ਬਾਦਸ਼ਾਹ ਨੇ ਸੱਦਿਆ ਸੀ ਤੇ ਗੁਰੂ ਪੰਚਮ ਪਾਤਸ਼ਾਹ ਜੀ ਵਾਪਸ ਨਹੀਂ ਪਰਤੇ। ਕੋਈ ਇਹੋ ਜਿਹਾ ਭਾਣਾ ਨਾ ਵਰਤੇ। ਮਾਤਾ ਜੀ ਨੂੰ ਇਸ ਗੱਲ ਦੀ ਚਿੰਤਾ ਹੋਈ ਹੈ। ਸੁਤ ਕੇ ਸੰਮਤ ਹੋਏ ਤਿਸ ਕਾਲਾ, ਆਪਣੇ ਪੁੱਤਰ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਨਾਲ ਪਿਆਰ ਦੇ ਵਿੱਚ ਮਾਤਾ ਜੀ ਵਿਚਾਰ ਕਰਦੇ, ਗੱਲਾਂ ਬਾਤਾਂ ਕਰਦੇ, ਸਲਾਹ ਮਸ਼ਵਰਾ ਕਰਦੇ ਹਨ। ਗਨ ਮਸੰਦ ਅਰ ਸਿੱਖ ਜੋ ਸਿਆਣੇ, ਗੁਰੂ ਘਰ ਦੇ ਜਿਹੜੇ ਸਿੱਖ ਮਸੰਦ ਸਿਆਣੇ ਹਨ, ਪਠਿਓ ਜੋ ਨਰ ਸਗਰੇ ਸੰਗ ਆਨੇ। ਉਹਨਾਂ ਸਾਰਿਆਂ ਨੂੰ ਬੁਲਾ ਲਿਆ ਦਰਬਾਰ ਦੇ ਵਿੱਚ। ਮਾਤਾ ਜੀ ਨੇ ਆਪਣੇ ਮਹਿਲਾਂ ਵਿੱਚ ਹੀ ਬੈਠਕ ਸੱਦ ਲਈ ਹੈ ਕਿ ਜਿਵੇਂ ਕੋਈ ਐਮਰਜੈਂਸੀ ਤੌਰ 'ਤੇ ਕੋਈ ਵਿਚਾਰ ਕਰਨੀ ਪੈ ਜਾਵੇ ਤੇ ਸਾਰਿਆਂ ਨੂੰ ਬੁਲਾ ਲਈਦਾ। ਇੱਦਾਂ ਮਾਤਾ ਜੀ ਨੇ ਸਾਰੇ ਮਸੰਦ ਸਿਆਣੇ ਸਿੱਖ
ਬਾਬਾ ਬੁੱਢਾ ਜੀ, ਭਾਈ ਗੁਰਦਾਸ ਜੀ ਵਰਗੇ ਸੱਦ ਲਏ ਹਨ। ਨਿਸ ਮਹਿ ਸ੍ਰੀ ਮਾਤਾ ਕੇ ਪਾਸ, ਰਾਤ ਨੂੰ ਮਾਤਾ ਗੰਗਾ ਜੀ ਦੇ ਕੋਲ ਸਭਾ ਕਰੀ ਸਤਿਗੁਰ ਸੁਖ ਪ੍ਰਾਸ। ਗੁਰੂ ਹਰਗੋਬਿੰਦ ਸਾਹਿਬ ਜੀ ਦੀਵਾਨ ਲਾ ਲਿਆ, ਸਭਾ ਕਰ ਲਈ, ਮੀਟਿੰਗ ਕਰ ਲਈ ਹੈ। ਜਥਾ ਜੋਗ ਬੈਠੇ ਜਬ ਸਭਾ, ਜਦੋਂ ਗੁਰਮਤਾ ਕਰਨ ਲਈ ਸਾਰੇ ਆ ਗਏ ਤੇ ਆਪਣੇ ਆਪਣੇ ਸਥਾਨਾਂ ਤੇ ਆ ਕੇ ਬੈਠ ਗਏ। ਸ਼ਾਹੋ ਪ੍ਰਸੰਗ ਸੁਨਾਇਓ ਤਬਾ, ਉਸ ਵੇਲੇ ਬਾਦਸ਼ਾਹ ਦੇ ਸੱਦੇ ਦੀ ਗੱਲ ਚੱਲੀ। ਗੁਰੂ ਸਾਹਿਬ ਜੀ ਨੇ, ਮਾਤਾ ਗੰਗਾ ਜੀ ਨੇ ਸਾਰਿਆਂ ਨੂੰ ਦੱਸਿਆ, ਜਿਨ੍ਹਾਂ ਵਿੱਚ ਭਾਈ ਸਾਲੋ ਜੀ, ਭਾਈ ਬਹਿਲੋ ਜੀ, ਬਾਬਾ ਬੁੱਢਾ ਜੀ, ਭਾਈ ਗੁਰਦਾਸ ਜੀ ਵਰਗੇ ਗੁਰੂ ਘਰ ਦੇ ਮੁਖੀ ਸਿੱਖ ਅਤੇ ਮੁਖੀ ਮਸੰਦ ਹਨ। ਉਹਨਾਂ ਨਾਲ ਸਤਿਗੁਰੂ ਜੀ ਵਿਚਾਰ ਕਰਦੇ ਹਨ। ਬੜੇ ਗੁਰਨ ਕੇ ਸੰਗੀ ਅਹੋ, ਮਹਾਰਾਜ ਨੇ ਤੇ ਮਾਤਾ ਗੰਗਾ ਜੀ ਨੇ ਆਖਿਆ ਸਾਰਿਆਂ ਨੂੰ ਵੀ ਤੁਸੀਂ ਵੱਡੇ ਗੁਰੂ ਸਾਹਿਬਾਂ ਦੀ ਸੰਗਤ ਕੀਤੀ ਹੈ। ਮਹਾਰਾਜ ਗੁਰੂ ਨਾਨਕ ਸਾਹਿਬ ਤੋਂ ਲੈ ਕੇ ਬਾਬਾ ਬੁੱਢਾ ਜੀ ਰਹੇ ਨੇ ਸਭ ਤੋਂ ਪੁਰਾਤਨ ਸਿੱਖ ਉਹ ਨੇ। ਫਿਰ ਗੁਰੂ ਅਮਰਦਾਸ ਜੀ ਦੇ ਭਤੀਜੇ ਭਾਈ ਗੁਰਦਾਸ ਜੀ, ਉਹ ਵੀ ਗੁਰੂ ਘਰ 'ਚ ਮੁਖੀ ਹਨ, ਜੋ ਗੁਰੂ ਅਰਜਨ ਦੇਵ ਜੀ ਦੇ ਮਾਮਾ ਜੀ ਲੱਗਦੇ ਸਨ। ਇਸ ਤਰ੍ਹਾਂ ਹੋਰ ਵੀ ਸਤਿਕਾਰਯੋਗ ਹਸਤੀਆਂ ਬੈਠੀਆਂ ਹਨ। ਤੁਸੀਂ ਸਾਰੇ ਹੀ ਸਿਆਣੇ ਹੋ। ਹਾਂਜੀ, ਸਿਆਣੇ ਸਭ ਨਿਜ ਨਿਜ ਮਤ ਕਹੋ, ਤੁਸੀਂ ਸਾਰੇ ਸਮਝਦਾਰ ਹੋ। ਜੀਵਨ ਦਾ ਤਜਰਬਾ ਹੈ ਤੁਹਾਡਾ, ਆਪਣੀ ਆਪਣੀ ਮਤ ਵਿਚਾਰ ਦੱਸੋ। ਹਿਲਨ ਸ਼ਾਹੋ ਸੰਗ ਹੈ ਇਹ ਨੀਕੋ, ਬਾਦਸ਼ਾਹ ਦੇ ਕੋਲ ਜਾਣਾ ਠੀਕ ਹੈ ਜਾਂ ਨਹੀਂ? ਬਾਦਸ਼ਾਹ ਨੇ ਬੁਲਾਇਆ ਹੈ, ਬਾਦਸ਼ਾਹ ਕੋਲ ਸਾਨੂੰ ਜਾਣਾ ਚਾਹੀਦਾ ਜਾਂ ਨਹੀਂ ਜਾਣਾ ਚਾਹੀਦਾ? ਹਾਂਜੀ, ਕਿਦੋਂ ਨਹੀਂ ਕਿਮ ਭਾਵਤ ਜੀ ਕੋ, ਤੁਹਾਡੇ ਮਨ ਵਿੱਚ ਕੀ ਆਉਂਦੀ ਹੈ ਗੱਲ? ਤੁਹਾਨੂੰ ਕੀ ਗੱਲ ਜਚਦੀ ਹੈ? ਕਿਹੜੀ ਗੱਲ ਠੀਕ ਲੱਗਦੀ ਹੈ? ਸਾਰੇ ਸਿਆਣੇ ਸਿੱਖ ਸੋਚ ਕੇ ਦੱਸੋ। ਹੁਤੇ ਪੁਰਾਤਨ ਜਿਤਕ ਮਸੰਦ, ਗੁਰੂ ਘਰ ਦੇ ਜਿੰਨੇ ਪੁਰਾਣੇ ਮਸੰਦ ਸਨ, ਕੋਈ ਗੁਰੂ ਅਰਜਨ ਦੇਵ ਜੀ ਦੇ ਸਮੇਂ ਤੋਂ, ਕੋਈ ਗੁਰੂ ਰਾਮਦਾਸ ਜੀ ਦੇ ਸਮੇਂ ਤੋਂ, ਕੋਈ ਗੁਰੂ ਅਮਰਦਾਸ ਦੇ ਸਮੇਂ ਤੋਂ, ਜਿਹੜੇ ਬਹੁਤ ਬਜ਼ੁਰਗ ਸਿਆਣੇ ਮਸੰਦ ਗੁਰੂ ਘਰ ਦੇ ਮੁਖੀਏ ਸਨ। ਕਹਿਓ ਵਿਚਾਰਤ ਬੁੱਧ ਬਿਲੰਦ, ਉਹਨਾਂ ਸਿਆਣੇ ਮਸੰਦਾਂ ਨੇ, ਬੁੱਧੀਵਾਨ ਸਿੱਖਾਂ ਨੇ ਆਖਿਆ। ਆਗੇ ਸ਼੍ਰੀ ਅਰਜਨ ਜੀ ਗਏ, ਦੇਖੋ ਮਾਤਾ ਜੀ, ਅੱਗੇ ਪੰਜਵੇਂ ਪਾਤਸ਼ਾਹ ਮਹਾਰਾਜ ਸਤਿਗੁਰੂ ਜੀ ਵੀ ਗਏ ਸਨ। ਹਾਂਜੀ, ਚੰਦੂ ਦੁਸ਼ਟ ਕਹਾਂ ਕਰ ਦਏ, ਚੰਦੂ ਦੁਸ਼ਟ ਨੇ ਕੀ ਭਾਣਾ ਵਰਤਾਤਾ। ਬਾਦਸ਼ਾਹ ਨੇ ਸੱਦਿਆ ਸੀ ਦਰਸ਼ਨ ਦੇਣ ਵਾਸਤੇ। ਚੰਗੇ ਦਰਸ਼ਨ ਕੀਤੇ ਗੁਰੂ ਜੀ ਦੇ। ਸਾਡੇ ਗੁਰੂ ਸਾਹਿਬ ਨੂੰ ਉੱਥੇ ਹੀ ਰੱਖ ਲਿਆ, ਸ਼ਹੀਦ ਹੀ ਕਰ ਦਿੱਤਾ। ਚੰਦੂ ਪਾਪੀ ਨੇ ਬੜਾ ਜ਼ੁਲਮ ਢਾ ਦਿੱਤਾ, ਕਹਿਰ ਕਮਾ ਦਿੱਤਾ। ਘਰ ਸ਼ਾਹਨ ਕੇ ਅਧਿਕ ਅੰਧੇਰ, ਇਹ ਮਾਤਾ ਜੀ, ਇਹਨਾਂ ਬਾਦਸ਼ਾਹਾਂ ਦੇ ਘਰ, ਇਹਨਾਂ ਸ਼ਾਹਾਂ ਦੇ ਘਰ ਹਨੇਰ ਹੈ, ਅੰਧਕਾਰ ਛਾਇਆ ਹੋਇਆ। ਇਹ ਜ਼ੁਲਮੀ ਲੋਕ ਹਨ, ਪਾਪੀ ਲੋਕ ਹਨ। ਮਿਲ ਇੱਕ ਬੇਰ ਨਾ ਬੂਝਾ ਫੇਰ, ਇੱਕ ਵਾਰੀ ਇਹ ਕਿਸੇ ਬੰਦੇ ਨੂੰ ਬੁਲਾ ਲੈਂਦੇ ਨੇ, ਮੁੜ ਕੇ ਉਹਦੀ ਬਾਤ ਨਹੀਂ ਪੁੱਛਦੇ। ਮਹਾਰਾਜ ਪੰਜਵੇਂ ਪਾਤਸ਼ਾਹ ਨੂੰ ਬੁਲਾਇਆ, ਬਾਦਸ਼ਾਹ ਨੇ ਗੱਲਬਾਤ ਕੀਤੀ ਹੈ ਤੇ ਮੁੜ ਕੇ ਕੋਈ ਉਸ ਗੱਲ ਦਾ ਕੋਈ ਉਗ ਸੁਗ ਪਤਾ ਨੀਵਾਂ ਹੀ ਨਹੀਂ ਲਿਆ ਵੀ ਪੰਜਵੇਂ ਪਾਤਸ਼ਾਹ ਨਾਲ ਕਿਹੜੇ ਕਿਹੜੇ ਭਾਣੇ ਚੰਦੂ ਵਰਗੇ ਪਾਪੀਆਂ ਨੇ ਵਰਤਾ ਦਿੱਤੇ। ਕੋਈ ਨਿਆਂ ਨਹੀਂ, ਕੋਈ ਇਨਸਾਫ ਨਹੀਂ, ਧੱਕਾ ਹੀ ਕਰੀ ਗਏ ਨੇ। ਹਾਂਜੀ, ਪਰ ਨਹੀਂ ਕਿਨ ਖਬਰ ਸੁਣਾਈ, ਹੋਰ ਵੀ ਕਿਸੇ ਨੇ ਆ ਕੇ ਕੋਈ ਖਬਰ ਨਹੀਂ ਸੁਣਾਈ। ਗੁਜ਼ਰਿਓ ਗਜ਼ਬ ਸੋ ਰਾਖ ਛਪਾਈ, ਜਿਹੜਾ ਗਜਬ ਕਹਿਰ ਗੁਜ਼ਰਿਆ ਹੈ, ਉਹ ਗਜਬ, ਉਹ ਕਹਿਰ ਸਭ ਨੂੰ ਪਤਾ ਹੈ। ਗੁਰੂ ਮਹਾਰਾਜ ਪੰਜਵੇਂ ਪਾਤਸ਼ਾਹ ਨੂੰ ਤਤੀ ਤਵੀ ਤੇ ਬਿਠਾਣਾ, ਤੱਤਾ ਰੇਤਾ ਸੀਸ ਤੇ ਪਾਣਾ, ਦੇਗ 'ਚੋਂ ਬਾਲਣਾ, ਫਿਰ ਸ਼ਹੀਦ ਕਰ ਦੇਣਾ। ਇਸ ਤੋਂ ਵੱਡਾ ਹੋਰ ਕਿਹੜਾ ਕਹਿਰ ਹੋ ਸਕਦਾ, ਕਿਹੜਾ ਜ਼ੁਲਮ ਹੋ ਸਕਦਾ ਹੈ? ਸਭ ਤੋਂ ਵੱਡਾ ਜ਼ੁਲਮ ਹੋਇਆ, ਪਰ ਉਹਨੂੰ ਛੁਪਾ ਲਿਆ ਗਿਆ, ਉਹਨੂੰ ਜਗ ਜ਼ਾਹਰ ਨਹੀਂ ਹੋਣ ਦਿੱਤਾ ਗਿਆ। ਕੋਈ ਆਵਾਜ਼ ਨਹੀਂ ਉੱਠਣ ਦਿੱਤੀ ਗਈ, ਨਾ ਕੋਈ ਹਿੰਦੂ ਨਾ ਕੋਈ ਮੁਸਲਮਾਨ। ਲੋਕਾਂ ਨੂੰ ਪਤਾ ਹੀ ਨਹੀਂ ਲੱਗਣ ਦਿੱਤਾ। ਐਡਾ ਭਾਣਾ ਵਰਤਾ ਕੇ ਇਹਨਾਂ ਪਾਪੀਆਂ ਨੇ ਉਸ ਕੇਸ ਨੂੰ, ਉਸ ਮੁਕੱਦਮੇ ਨੂੰ ਦੱਬ ਹੀ ਲਿਆ ਹੈ। ਹਾਂਜੀ,
ਅਸ ਅੰਧੇਰ ਤਹਾਂ ਕਿਉ ਜਾਵਹੋ। ਜਿੱਥੇ ਇਹੋ ਜਿਹਾ ਹਨੇਰਖਾਨਾ ਹੈ, ਜਿੱਥੇ ਹਨੇਰ ਗਰਦੀ ਹੈ, ਉੱਥੇ ਜਾਣ ਦੀ ਕੀ ਲੋੜ ਹੈ ਮਾਤਾ ਜੀ? ਕਿਉਂ ਜਾਈਏ ਉੱਥੇ? ਜੇ ਕੋਈ ਬਾਦਸ਼ਾਹ ਇਨਸਾਫ ਕਰੇ, ਕੋਈ ਬਾਦਸ਼ਾਹ ਨਿਆਂ ਕਰੇ, ਉਹਦੇ ਕੋਲ ਜਾਣਾ ਚਾਹੀਦਾ। ਜਿਹੜਾ ਬਾਦਸ਼ਾਹ ਹਨੇਰਗਰਦੀ ਮਚਾਵੇ, ਉਹਦੇ ਕੋਲ ਕੀ ਜਾਣਾ ਹੋਇਆ? ਆਪਨ ਆਪ ਕੋ ਨਹੀਂ ਬਚਾਵਹੋ। ਆਪਣਾ ਬਚਾਅ ਕਰਨੇ ਦਾ ਹਰ ਇੱਕ ਦਾ ਹੱਕ ਹੈ। ਆਪਣੀ ਸੇਫਟੀ, ਆਪਣੀ ਜਾਨ ਬਚਾਣੀ ਹਰ ਬੰਦੇ ਦਾ ਫਰਜ਼ ਹੈ। ਹਾਂਜੀ। ਮਹਾ ਛਤਰ ਜੋ ਸ਼ਾਹੋ ਦੀਵਾਨ। ਜਿਹੜਾ ਸ਼ਾਹ ਦਾ ਦੀਵਾਨ ਹੈ, ਜਹਾਂਗੀਰ ਦਾ ਚੰਦੂ, ਉਹ ਬੜਾ ਸ਼ਤਰੂ, ਗੁਰੂ ਘਰ ਦਾ ਵੱਡਾ ਦੁਸ਼ਟ ਬੰਦਾ, ਦੋਖੀ ਹੈ ਪੰਥ ਦਾ। ਗੁਰੂ ਨਾਨਕ ਦੇ ਮਤ ਨੂੰ, ਗੁਰੂ ਘਰ ਨੂੰ ਚੰਗਾ ਨਹੀਂ ਸਮਝਦਾ। ਹਾਂਜੀ। ਛਲ ਤੇ ਕਰਤ ਆਨ ਕੀ ਆਨ। ਉਹ ਛਲ ਕਪਟ ਕਰਦਾ, ਹੋਰ ਦੀ ਹੋਰ ਹੀ ਗੱਲ ਬਣਾ ਦਿੰਦਾ। ਉਹਨੂੰ ਸਾਰੇ ਝੂਠ ਕਪਟ ਕਰਨੇ ਆਉਂਦੇ ਨੇ। ਪਾਪੀ ਬੰਦੇ, ਝੂਠੇ ਬੰਦੇ, ਛਲੀਏ ਬੰਦੇ ਆਪਣੇ ਸਵਾਰਥ ਲਈ ਸਭ ਕੁਝ ਕਰ ਲੈਂਦੇ ਨੇ। ਹਾਂਜੀ। ਅਪਰਨਾ ਸ਼ਾਹੋ ਨਿਕਟ ਹਿਤਕਾਰੀ। ਬਾਦਸ਼ਾਹ ਦੀ ਕਚਹਿਰੀ ਵਿੱਚ ਜਿੰਨੇ ਵੀ ਅਫਸਰ ਨੇ, ਉਹ ਸਾਰੇ ਗੁਰੂ ਘਰ ਦੀ ਮਹਿਮਾ ਨੂੰ ਵੇਖ ਕੇ ਸੜਦੇ ਨੇ। ਉਹਨਾਂ ਵਿੱਚ ਜ਼ਿਆਦਾ ਮੁਤੱਸਬ ਹੈ ਔਰ ਮਜ਼ਹਬੀ ਪੱਖਪਾਤ ਹੈ। ਕੋਈ ਗੁਰੂ ਘਰ 'ਤੇ ਸ਼ਰਧਾ ਰੱਖਣ ਵਾਲਾ, ਗੁਰੂ ਘਰ 'ਤੇ ਵਿਸ਼ਵਾਸ ਰੱਖਣ ਵਾਲਾ ਨਹੀਂ ਮਿਲਦਾ। ਤੁਰਕ ਰਾਜ ਗੁਰ ਸ਼ਰਧ ਨਾ ਧਾਰੀ। ਤੁਰਕਾਂ ਦਾ ਰਾਜ ਹੈ, ਗੁਰੂ ਘਰ 'ਤੇ ਇਹਨਾਂ ਦੀ ਸ਼ਰਧਾ ਕੋਈ ਨਹੀਂ। ਮੁਗਲਾਂ ਦੀ ਕਰਨ ਵਿਖਿਆ ਸਮਸਰਤਾ ਨਾਹੇ ਨਾ। ਤੇ ਮਾਤਾ ਜੀ, ਗੁਰੂ ਜੀ, ਸਾਡੇ ਵਿੱਚ ਇੰਨੀ ਅਜੇ ਬਰਾਬਰੀ ਕਰਨ ਦੀ ਸਮਰੱਥਾ ਨਹੀਂ ਕਿ ਅਸੀਂ ਬਾਦਸ਼ਾਹ ਦੀਆਂ ਫੌਜਾਂ ਨਾਲ ਲੜ ਸਕੀਏ, ਮੁਕਾਬਲਾ ਕਰ ਸਕੀਏ। ਕੋਥਲ ਦੇਸ਼ ਮਵਾਸੀ ਜਾਹੇ ਨਾ। ਇਹੋ ਜਿਹਾ ਕੋਈ ਇਲਾਕਾ ਨਹੀਂ, ਕੋਈ ਇਹੋ ਜਿਹਾ ਦੇਸ਼ ਵੀ ਨਹੀਂ ਜਿੱਥੇ ਜਾ ਕੇ ਆਕੀ ਹੋ ਜਾਈਏ, ਯਾਨੀ ਕਿਸੇ ਹੋਰ ਮੁਲਕ ਵਿੱਚ ਚਲੇ ਜਾਈਏ ਜਿੱਥੇ ਇਹਨਾਂ ਦਾ ਹੁਕਮ ਨਾ ਚੱਲਦਾ ਹੋਵੇ, ਉੱਥੇ ਚਲੇ ਜਾਈਏ। ਇਹੋ ਜਿਹੀ ਥਾਂ ਵੀ ਕੋਈ ਲੱਭਦੀ ਨਹੀਂ। ਹਾਂਜੀ। ਜਹਾਂ ਬਸ ਹੈ ਅਰ ਕੈ ਰਣ ਕਰਾ। ਜਿੱਥੇ ਜਾ ਕੇ ਵਸੀਏ, ਰਹੀਏ, ਮੁਕਾਬਲਾ ਕਰੀਏ ਜ਼ੁਲਮ ਦਾ, ਆਪਣਾ ਬਚਾਅ ਕਰੀਏ। ਲੜਾਈ ਕਰਨੀ ਹੋਵੇ ਤੇ ਲੜਾਈ ਕਰੀਏ। ਮਾਤਾ ਜੀ, ਆਪਾਂ ਦੇਖਦੇ ਹਿੰਦੁਸਤਾਨ ਦਾ ਬੰਗਲਾਦੇਸ਼ ਤੋਂ ਲੈ ਕੇ ਪੂਰਬ ਤੋਂ ਕਾਬਲ ਤੱਕ, ਪੱਛਮ ਦੇ ਵਿੱਚ ਕਸ਼ਮੀਰ ਤੋਂ ਲੈ ਕੇ ਕੰਨਿਆ ਕੁਮਾਰੀ ਤੱਕ, ਉੱਤਰ ਤੋਂ ਲੈ ਕੇ ਦੱਖਣ ਤੱਕ, ਇਹ ਇਹਨਾਂ ਮੁਗਲਾਂ ਦਾ ਰਾਜ ਹੈ। ਕਿਹੜੀ ਧਰਤੀ ਤੇ ਜਾ ਕੇ ਪਨਾਹ ਲਵਾਂਗੇ? ਕਿੱਥੇ ਜਾ ਕੇ ਸਿਰ ਲੁਕਾਵਾਂਗੇ? ਹਾਂਜੀ। ਆਸਨਾ ਭਰੋਸਾ ਕਿਸ ਪਰ ਧਰੈ। ਇਹੋ ਜਿਹਾ ਕੋਈ ਭਰੋਸੇਯੋਗ ਬੰਦਾ ਹੈ ਨਹੀਂ ਜਿਹਦੇ ਉੱਤੇ ਭਰੋਸਾ ਕਰ ਸਕੀਏ। ਸੰਦ ਕਰਨ ਅਰ ਕਰਨ ਬਿਖੇਰੋ। ਗੁਰੂ ਮਹਾਰਾਜ ਨੂੰ ਮਸੰਦ ਕਹਿ ਰਹੇ ਨੇ ਗੁਰੂ ਜੀ, ਪਰ ਮਾਤਾ ਜੀ ਨੂੰ ਕਹਿ ਰਹੇ ਨੇ ਮਾਤਾ ਜੀ, ਗੁਰੂ ਘਰ ਦੀ ਹੁਣ ਬਾਦਸ਼ਾਹ ਦੇ ਨਾਲ ਜੇ ਸੰਧੀ ਕਰੀਏ ਤੇ ਸੰਧੀ ਵਿੱਚ ਵੀ ਫਾਇਦਾ ਕੋਈ ਨਹੀਂ। ਜੇ ਇਹਨਾਂ ਨਾਲ ਬਖੇੜਾ ਕਰੀਏ ਤੇ ਬਖੇੜੇ ਵਿੱਚ ਵੀ ਫਾਇਦਾ ਕੋਈ ਨਹੀਂ। ਔਖਾ ਕੰਮ ਬਣ ਗਿਆ। ਨਾ ਇਹਨਾਂ ਦੇ ਨਾਲ ਸੁਲ੍ਹਾ ਚੰਗੀ ਤੇ ਨਾ ਇਹਨਾਂ ਨਾਲ ਵੈਰ ਚੰਗਾ। ਹਾਂਜੀ। ਦੋਨੋਂ ਵਿਖਿਆ ਦੋਸ਼ ਗਨ ਹੇਰੋ। ਦੋਨਾਂ ਵਿੱਚ ਹੀ ਖਤਰਾ ਹੈ। ਜੇ ਮੁਕਾਬਲਾ ਕਰਦੇ ਹਾਂ, ਲੜਾਈ ਦੀ ਤਿਆਰੀ ਕਰਦੇ ਹਾਂ, ਸਾਡੇ ਤੋਂ ਲੜਿਆ ਨਹੀਂ ਜਾਣਾ। ਸਾਡੀ ਫੌਜ ਥੋੜ੍ਹੀ ਹੈ, ਸਾਡੇ ਕੋਲ ਇੰਨੀ ਟ੍ਰੇਨਿੰਗ ਵਾਲੇ ਸਿਪਾਹੀ ਨਹੀਂ ਹਨ। 400-500 ਬੰਦਾ ਬਾਦਸ਼ਾਹ ਦੀਆਂ ਲੱਖਾਂ ਫੌਜਾਂ ਨਾਲ ਕਿਵੇਂ ਲੜੇਗਾ? ਫਿਰ ਕੋਈ ਇਹੋ ਜਿਹਾ ਇਲਾਕਾ ਨਹੀਂ, ਕੋਈ ਕਿਲਾ ਨਹੀਂ ਜਿਹਦੇ 'ਚ ਅੜ ਕੇ ਮੁਕਾਬਲਾ ਕੀਤਾ ਜਾ ਸਕੇ। ਯਾਨੀ ਲੜਨ ਵਾਲੀ ਗੱਲ ਵਿੱਚ ਤਾਂ ਕੋਈ ਸਿਆਣਪ ਨਜ਼ਰ ਨਹੀਂ ਆਉਂਦੀ। ਦੂਸਰੀ ਹੁੰਦੀ ਹੈ ਸੰਧੀ ਕਰ ਲੈਣੀ, ਸੁਲ੍ਹਾ ਸਫਾਈ ਕਰ ਲੈਣੀ, ਬਾਦਸ਼ਾਹ ਕੋਲ ਚਲੇ ਜਾਣਾ। ਉਹਦੇ ਵਿੱਚ ਵੀ ਖਤਰਾ ਹੈ। ਅੱਗੇ ਗੁਰੂ ਅਰਜਨ ਦੇਵ ਜੀ ਮਹਾਰਾਜ ਸ਼ਾਂਤ ਸਰੂਪ ਗਏ, ਇਹਨਾਂ ਨੇ ਉੱਥੇ ਹੀ ਸ਼ਹੀਦ ਕਰ ਦਿੱਤੇ, ਵਾਪਸ ਨਹੀਂ ਆਉਣ ਦਿੱਤੇ। ਸੰਧੀ ਕਰਨ ਵਿੱਚ ਵੀ ਖਤਰਾ ਹੈ, ਲੜਾਈ ਵਿੱਚ ਵੀ ਖਤਰਾ ਹੈ। ਕੀ ਕਰੀਏ? ਇੱਕ ਜੰਗਲ ਜਹਾਂ ਪਾਏ ਨਾ ਪਾਣੀ। ਫਿਰ ਵਿੱਚੋਂ ਹੀ ਕੁਝ ਮਸੰਦ ਬੋਲੇ, ਮਹਾਰਾਜ ਨੂੰ ਬੇਨਤੀ ਕੀਤੀ। ਮਹਾਰਾਜ, ਇੱਕ ਇਲਾਕਾ ਹੈ ਜੰਗਲ ਦਾ, ਮਾਲਵੇ ਦਾ, ਬਠਿੰਡੇ, ਬਰਨਾਲੇ, ਮੋਗੇ ਦਾ ਇਲਾਕਾ। ਜੰਗਲ ਦੇ ਵਿੱਚ ਪਾਣੀ ਨਹੀਂ ਮਿਲਦਾ। ਪਹੁੰਚ ਨਾ ਸਕੈ ਸੈਨ ਤਿਸ ਥਾਨੀ। ਉੱਥੇ ਤੁਰਕਾਂ ਦੀ ਫੌਜ ਨਹੀਂ ਪਹੁੰਚ ਸਕਦੀ।
ਉੱਥੇ ਜਾਂਦੇ ਨੇ, ਪਾਣੀ ਤੋਂ ਤੰਗ ਆ ਕੇ ਵਾਪਸ ਭੱਜ ਆਉਂਦੇ ਨੇ। ਜੇਕਰ ਬੂਝੋ ਮਤੋ ਹਮਾਰੋ, ਕੁਝ ਮਸੰਦ ਸਲਾਹ ਦੇਣ ਲੱਗੇ, ਜੇ ਗੁਰੂ ਜੀ ਸਾਡੀ ਸਲਾਹ ਲੈਂਦੇ ਹੋ ਤੌਣ ਦਿਸ਼ਾ ਕੇ ਬੀਚ ਸਿਧਾਰੋ। ਤਾਂ ਮਾਲਵੇ ਨੂੰ ਚੱਲਦੇ ਆ, ਜੰਗਲ ਦੇ ਇਲਾਕੇ ਨੂੰ, ਬਠਿੰਡੇ ਦੇ ਇਲਾਕੇ 'ਚ ਨਿਕਲ ਜਾਵਾਂਗੇ। ਉਧਰ ਜਾ ਕੇ ਮੋਗਾ, ਬਠਿੰਡਾ, ਬਰਨਾਲਾ ਉਧਰ ਦਿਨ ਕੱਟਾਂਗੇ। ਜੇ ਉੱਥੇ ਜੰਗ ਕਰਨ ਵਾਸਤੇ ਕੋਈ ਆਵੇਗਾ ਤੇ ਉੱਥੇ ਉਹਨਾਂ ਦੀ ਫੌਜ ਪਾਣੀ ਖਣੋਂ ਪਿੱਛੇ ਮੁੜ ਜਾਏਗੀ। ਆਪਣੇ ਸਿੱਖ ਬਿਰਾੜ ਕਨੇਰੇ, ਉੱਥੇ ਗੁਰੂ ਜੀ ਆਪਣੇ ਬਰਾੜ ਸਿੱਖ ਬਹੁਤ ਰਹਿੰਦੇ ਹਨ। ਸੋ ਸਭ ਮਿਲ ਹੈ ਰਹਿ ਹੈ ਤੁਮ ਨੇਰੇ। ਉਹ ਤੁਹਾਡੇ ਪ੍ਰੇਮੀ ਹਨ, ਬਰਾੜ ਤੁਹਾਡੇ ਨੇੜੇ ਰਹਿੰਦੇ, ਗੁਰੂ ਦੇ ਪ੍ਰੇਮ ਵਿਸ਼ਵਾਸ ਕਰਦੇ ਤੇ ਗੁਰਬਾਣੀ ਪੜ੍ਹਦੇ। ਜੇ ਲੋੜ ਪਈ ਤੇ ਗੁਰੂ ਵਾਸਤੇ ਲੜ ਕੇ ਵੀ ਮਰਨਗੇ। ਇਸ ਕਰਕੇ ਮਹਾਰਾਜ ਆਪਾਂ ਬਰਾੜਾਂ ਦੇ ਮੁਲਕ ਵਿੱਚ ਚੱਲੀਏ। ਅਪਰ ਸੰਗਤਾਂ ਸਭ ਚੱਲ ਆਵੈ, ਬਾਕੀ ਸੰਗਤਾਂ ਵੀ ਉੱਥੇ ਚੱਲ ਆਉਣਗੀਆਂ। ਮਾਲਵੇ 'ਚ ਰੌਣਕਾਂ ਲੱਗ ਜਾਣਗੀਆਂ। ਮਿਟ ਹੈ ਸ਼ਾਹੋ ਨਹਿ ਪੁਨਹ ਬੁਲਾਵੈ, ਨਾਲੇ ਬਾਦਸ਼ਾਹਾਂ ਦੇ ਖਿਆਲ ਤੇ ਬਦਲ ਜਾਂਦੇ ਹੁੰਦੇ ਨੇ। ਅੱਜ ਬਾਦਸ਼ਾਹ ਨੂੰ ਤੁਹਾਡਾ ਚੇਤਾ ਆਇਆ, ਕੱਲ ਨੂੰ ਭੁੱਲ ਜਾਣਾ, ਮੁੜ ਕੇ ਉਹਨੇ ਨਹੀਂ ਬੁਲਾਉਣਾ। ਟਾਈਮ ਔਖਾ ਲੰਘ ਜਾਏਗਾ। ਸਿਆਣੇ ਕਹਿੰਦੇ ਨੇ ਔਖਾ ਟਾਈਮ ਵਿਚਾਰ ਲੈਣਾ ਚਾਹੀਦਾ, ਲੰਘਾ ਲੈਣਾ ਚਾਹੀਦਾ। ਸਮਾਂ ਲੰਘ ਜਾਵੇ ਫਿਰ ਗੱਲ ਹੋਰ ਹੁੰਦੀ ਹੈ। ਹਾਂਜੀ, ਬੇਦੀ ਚੰਦ ਜੇਠਾ ਰੂਪ ਰਾਣਾ। ਮਸੰਦਾਂ ਦੀ ਇਹ ਗੱਲ ਸੁਣ ਕੇ ਭਾਈ ਬਿਧੀ ਚੰਦ ਜੀ, ਭਾਈ ਜੇਠਾ ਤੇ ਭਾਈ ਪੁਰਾਣਾ ਜੀ ਬੋਲੇ, ਕਹਿਣ ਲੱਗੇ ਪੂਰਬ ਕਿਮ ਜਾਣਾ। ਉਹ ਕਹਿੰਦੇ ਪਹਿਲਾਂ ਹੀ ਕਿਉਂ ਜਾਈਏ। ਭਾਈ ਬਿਧੀ ਚੰਦ ਬੜੇ ਖਾੜਕੂ ਸਨ, ਯੋਧੇ ਸਨ। ਭਾਈ ਜੇਠਾ ਜੀ ਬੜੇ ਯੋਧੇ ਸਨ। ਮਸੰਦਾਂ ਦੀ ਗੱਲ ਸੁਣ ਕੇ ਵੀ ਮਾਲਵੇ 'ਚ ਬਰਾੜਾਂ ਕੋਲ ਚੱਲੀਏ। ਭਾਈ ਬਿਧੀ ਚੰਦ ਕਹਿੰਦੇ ਪਹਿਲਾਂ ਹੀ ਕਿਉਂ ਜਾਣਾ, ਜੇ ਕੋਈ ਖਤਰਾ ਹੋਵੇਗਾ ਤਾਂ ਜਾਵਾਂਗੇ ਨਾ। ਐਵੇਂ ਹੀ ਆਪਾਂ ਦੌੜੇ ਫਿਰੀਏ ਡਰਦੇ ਮਾਰੇ, ਚੰਗੀ ਨਹੀਂ ਲੱਗਦੀ ਗੱਲ। ਹਾਂਜੀ, ਸ੍ਰੀ ਅੰਮ੍ਰਿਤਸਰ ਬੈਠੇ ਰਹੀ ਹੈ। ਗੁਰੂ ਜੀ ਆਪਾਂ ਅੰਮ੍ਰਿਤਸਰ ਹੀ ਬੈਠੇ ਰਹਿਣਾ, ਇੱਥੇ ਹੀ ਰਵਾਂਗੇ ਆਪਾਂ। ਭਾਈ ਬਿਧੀ ਚੰਦ ਬੋਲਿਆ। ਹਾਂਜੀ, ਬਿਗ੍ਰਹਿ ਸ਼ਾਹੋ ਜੇ ਨਿਰਣੈ ਲਹੀਆ ਹੈ। ਜੇ ਬਾਦਸ਼ਾਹ ਨਾਲ ਵਿਗੜ ਪੈ ਗਈ, ਜੇ ਆਪਾਂ ਨੂੰ ਪਤਾ ਲੱਗ ਗਿਆ ਵੀ ਲੜਾਈ ਹੋਣੀ ਹੈ, ਬਾਦਸ਼ਾਹ ਨੇ ਫੌਜਾਂ ਭੇਜੀਆਂ, ਪਠੈ ਚਮੂ ਤਿਸ ਕੋ ਬਲ ਦੇਖ। ਅਸੀਂ ਬੈਰੀ ਦੀ ਫੌਜ ਨਾਲ ਟੱਕਰ ਲਵਾਂਗੇ। ਜੇ ਫੌਜ ਭੇਜੇਗਾ, ਦੁਸ਼ਮਣ ਦੀ ਫੌਜ ਕਿੰਨੀ ਕੁ ਆਵੇਗੀ, ਕਿੰਨੀਆਂ ਤੋਪਾਂ ਆਉਣਗੀਆਂ, ਕਿੰਨੇ ਕੁ ਹਥਿਆਰ ਆਉਣਗੇ, ਦੇਖ ਲਾਂਗੇ ਆਪਾਂ। ਹਾਂਜੀ, ਮਿਲ ਹੈ ਕਰ ਹੈ ਸੰਗਰਾਮ ਵਿਸ਼ੇਖ। ਮਹਾਰਾਜ ਅਸੀਂ ਤੇ ਯੁੱਧ ਕਰਾਂਗੇ, ਅਸੀਂ ਤੇ ਮੁਕਾਬਲਾ ਕਰਾਂਗੇ। ਭਾਈ ਬਿਧੀ ਚੰਦ ਜੀ, ਭਾਈ ਜੇਠਾ ਜੀ ਕਹਿੰਦੇ ਹਨ। ਹਾਂਜੀ, ਪੁਨ ਰੋਕੇ ਹਮ ਰਹਿ ਨਾ ਕੈਸੇ। ਜੇ ਇੱਕ ਵਾਰੀ ਇਹਨਾਂ ਨੇ ਸਾਡੇ ਤੇ ਹਮਲਾ ਕਰਤਾ ਨਾ ਅੰਮ੍ਰਿਤਸਰ ਤੇ, ਫੇਰ ਨਹੀਂ ਅਸੀਂ ਕਿਸੇ ਦਾ ਹੁਕਮ ਉਡੀਕਣਾ, ਫੇਰ ਨਹੀਂ ਅਸੀਂ ਰੋਕ ਕੇ ਰੁਕਣਾ। ਇਹ ਭਾਈ ਬਿਧੀ ਚੰਦ, ਭਾਈ ਜੇਠਾ, ਪੁਰਾਣਾ ਬੜੇ ਸੂਰਮੇ ਯੋਧੇ, ਜੰਗੀ ਜਰਨੈਲ ਸਨ, ਦਲੇਰ ਬੜੇ ਸਨ। ਕਹਿੰਦੇ ਜੇ ਇੱਕ ਵਾਰੀ ਚੜ੍ਹ ਕੇ ਆ ਗਿਆ ਵੈਰੀ, ਫੇਰ ਅਸੀਂ ਰੁਕਣਾ ਥੋੜ੍ਹਾ, ਫਿਰ ਤਾਂ ਅਸੀਂ ਦੰਦ ਖੱਟੇ ਕਰ ਦਿਆਂਗੇ ਤੁਰਕ ਮੁਗਲਾਂ ਦੀਆਂ ਫੌਜਾਂ ਦੇ। ਸਿੱਖਤਾ ਤ੍ਰਿਣ ਪੁੱਲ ਤੇ ਰੋ ਜੈਸੇ। ਜਿਵੇਂ ਹੜ੍ਹ ਦੇ ਪਾਣੀ ਨੂੰ ਰੇਤੇ ਦੀ ਕੰਧ ਨਾਲ ਨਹੀਂ ਰੋਕਿਆ ਜਾ ਸਕਦਾ, ਜਾਂ ਕੱਖਾਂ ਦੇ ਪੁਲ ਬਣ ਕੇ ਹੜ੍ਹ ਦੇ ਪਾਣੀ ਨੂੰ ਨਹੀਂ ਰੋਕਿਆ ਜਾ ਸਕਦਾ, ਇਵੇਂ ਸਾਡੇ ਜੋਸ਼ ਦੇ ਅੱਗੇ ਮੁਗਲਾਂ ਦੀਆਂ ਫੌਜਾਂ ਭਾਜੜਾਂ ਪਾ ਜਾਣਗੀਆਂ। ਮਾਤਾ ਜੀ ਤੁਸੀਂ ਘਬਰਾਓ ਨਾ, ਇੱਕ ਵਾਰੀ ਆਉਣ ਤਾਂ ਦਿਓ। ਕਿੱਡੇ ਕੁ ਬਹਾਦਰ ਨੇ ਮੁਗਲ, ਅਸੀਂ ਦੇਖਾਂਗੇ ਕਹਿੰਦੇ। ਹਾਂਜੀ, ਜੰਗਲ ਦੇਸ਼ ਪ੍ਰਵੇਸ਼ ਹੈ ਜਾਈ। ਫਿਰ ਦੇਖਾਂਗੇ ਜੇ ਦੌੜਨਾ ਪਿਆ ਮੈਦਾਨ ਵਿੱਚੋਂ, ਫਿਰ ਜੰਗਲ ਜਾ ਵੜਾਂਗੇ। ਮਾਲਵੇ ਦੀ ਧਰਤੀ ਤੇ, ਬਠਿੰਡੇ ਦੀ ਧਰਤੀ ਤੇ ਜਾ ਕੇ ਜੰਗ ਕਰਾਂਗੇ। ਸੈਨ ਸਕੇਲ ਹੈ ਤਹ ਸਮਦਾਈ। ਉੱਥੇ ਜੰਗਲ 'ਚ ਹੋਰ ਫੌਜ ਇਕੱਠੀ ਕਰ ਲਾਂਗੇ ਬਰਾੜਾਂ ਦੀ, ਤੇ ਫਿਰ ਸਾਰੇ ਮਾਝੇ, ਮਾਲਵੇ, ਦੁਆਬੇ ਦੇ ਲੰਮੇ ਤੇ ਧਨੀ ਦੇਸ਼ ਸਾਰੇ ਇਕੱਠੇ ਹੋ ਕੇ ਫਿਰ ਅਸੀਂ ਜੰਗ ਕਰਾਂਗੇ। ਸਿੱਖ ਸਾਰੇ ਬਿਨ ਬਿਗੜੇ ਬਿਨ ਨਿਰਣੈ ਕਰੇ। ਐਵੇਂ ਹੀ ਬਿਨਾਂ ਵਿਗੜੇ, ਬਿਨਾਂ ਲੜਾਈ ਦੇ, ਬਿਨਾਂ ਗੱਲ ਦੇ ਨਿਰਣੇ ਦੇ ਪਹਿਲਾਂ ਹੀ ਆਪਾਂ ਦੌੜ ਦਈਏ, ਵੀ ਪਹਿਲਾਂ ਹੀ ਘਬਰਾ ਜਾਈਏ, ਪਹਿਲਾਂ ਹੀ ਸ਼ੋਅ ਕਰਦੀ ਵੀ ਅਸੀਂ ਡਰ ਗਏ ਹਾਂ। ਇਹ ਵੀ ਗੱਲ ਚੰਗੀ ਨਹੀਂ ਮਾਤਾ ਜੀ। ਹਾਂਜੀ, ਨਹਿ ਪ੍ਰਸਥਾਨ ਮਤੋ ਹਮ ਧਰੇ। ਅਸੀਂ ਤਾਂ ਨਹੀਂ ਜਾਣਾ ਚਾਹੁੰਦੇ ਅੰਮ੍ਰਿਤਸਰ ਛੱਡ ਕੇ, ਅਜੇ ਤੇ ਅਸੀਂ ਇੱਥੇ ਹੀ ਰਵਾਂਗੇ। ਇੱਥੇ ਪਹਿਲੀ ਲੜਾਈ ਤੇ ਅਸੀਂ ਇੱਥੇ ਹੀ ਲੜਾਂਗੇ, ਮੁਕਾਬਲਾ ਕਰਾਂਗੇ।
ਜੇ ਕਿਤੇ ਕੋਈ ਦੇਖਿਆ ਵੀ ਸਾਨੂੰ ਇੱਥੋਂ ਜਾਣਾ ਪੈ ਗਿਆ, ਮਾਝੇ 'ਚ ਸਾਡੇ ਪੈਰ ਨਹੀਂ ਲੱਗਦੇ, ਤੁਰਕਾਂ ਦਾ ਜ਼ੋਰ ਹੈ, ਅਸੀਂ ਦੁਸ਼ਮਣ ਨੂੰ ਝਕਾਨੀ ਦਿਆਂਗੇ, ਭਜਾ ਕੇ ਮਾਰਾਂਗੇ, ਮਾਲਵੇ ਦੀ ਧਰਤੀ 'ਤੇ ਲੈ ਜਾਵਾਂਗੇ ਲੜਾਈ। ਉੱਥੇ ਬਰਾੜਾ ਨੂੰ ਨਾਲ ਲੈ ਕੇ ਪਾਣੀ ਖੋਣੋਂ ਪਿਆਸੇ ਮੁਗਲ ਭੱਜਣਗੇ ਫਿਰ ਸਾਡੇ ਅੱਗੇ ਲੱਗ ਕੇ। ਪਰ ਮਾਤਾ ਜੀ ਉਸ ਤੋਂ ਪਹਿਲਾਂ ਅਸੀਂ ਬਿਨਾਂ ਗੱਲ ਦੇ ਹੀ ਐਵੇਂ ਡਰੀ ਜਾਈਏ, ਅੰਮ੍ਰਿਤਸਰ ਛੱਡ ਕੇ ਪਹਿਲਾਂ ਹੀ ਮਾਲਵੇ ਜੰਗਲ ਚਲੇ ਜਾਈਏ, ਇਹ ਗੱਲ ਠੀਕ ਨਹੀਂ ਹੈ। ਹਾਂਜੀ। ਸ੍ਰੀ ਗੰਗਾ ਸੁਣ ਕੇ ਇਸ ਭਾਂਤੀ, ਭਾਈ ਜੇਠੇ ਦੀ, ਭਾਈ ਬਿਧੀ ਚੰਦ ਦੀ ਇਹ ਵੀਰਤਾ ਵਾਲੀ ਗੱਲ ਸੁਣ ਕੇ ਮਾਤਾ ਗੰਗਾ ਜੀ ਨੇ ਪਤ ਕੋ ਸਿਮਰਤ ਧਰਕਤ ਛਾਤੀ, ਆਪਣੇ ਪਤੀ ਗੁਰੂ ਅਰਜਨ ਦੇਵ ਨੂੰ ਯਾਦ ਕੀਤਾ ਤੇ ਛਾਤੀ ਧੜਕੀ। ਦਿਲ ਥੋੜਾ ਜਿਹਾ, ਮਾਈਆਂ ਦਾ ਦਿਲ ਬੜਾ ਕੋਮਲ ਹੁੰਦਾ। ਕਵੀ ਜੀ ਇੱਥੇ ਮਾਤਾ ਜੀ ਦੀ ਕੋਮਲਤਾ ਦੱਸ ਰਹੇ। ਇਸਤਰੀ ਦੇ ਅੰਦਰ ਸਹਿਜ, ਸੁਹਜ, ਪਿਆਰ, ਮਮਤਾ, ਕਰੁਣਾ, ਇਹ ਚੀਜ਼ਾਂ ਹੋਣੀਆਂ ਜ਼ਰੂਰੀ ਨੇ। ਮਾਤਾ ਗੰਗਾ ਜੀ ਇਹ ਗੱਲ ਸੁਣ ਕੇ ਵੀ ਸਾਡੇ ਸਿੱਖ ਤਾਂ ਹੁਣੇ ਲੜਨ ਨੂੰ ਤਿਆਰ ਨੇ, ਕਿਤੇ ਜੰਗ ਦੇ ਕਮਰ ਕਸੇ ਕਰੀ ਫਿਰਦੇ ਨੇ ਬਿਧੀ ਚੰਦ ਹੋਰੀ। ਹਾਂਜੀ। ਨਹਿਨ ਬਖੇਰੇ ਤੇ ਸੁਖ ਮਨ ਹੈ, ਮਾਤਾ ਜੀ ਸੋਚਦੇ ਵੀ ਬਖੇੜੇ 'ਚ ਲੜਾਈ 'ਚ ਕਦੀ ਸੁੱਖ ਹੋਇਆ ਹੀ ਨਹੀਂ। ਯੁੱਧ ਕੀ ਬਾਤ ਬੁਰੀ ਸਭ ਤੇ, 10ਵੇਂ ਪਾਤਸ਼ਾਹ ਨੇ ਵੀ ਲਿਖਿਆ ਵੀ ਯੁੱਧ ਦਾ ਨਾਂ ਹੀ ਮਾੜਾ। ਲੜਾਈ ਦੇ ਵਿੱਚ ਤਾਂ ਪਤਾ ਨਹੀਂ ਕੀ ਕੁਝ ਹੋ ਜਾਂਦਾ, ਤਬਾਹੀਆਂ ਬਰਬਾਦੀਆਂ ਹੋ ਜਾਂਦੀਆਂ, ਕੁਝ ਬਚਦਾ ਹੀ ਨਹੀਂ। ਹਾਂਜੀ। ਸ਼ਾਹੋ ਨਿਕਟ ਤੇ ਸੰਸਾ ਠਨ ਹੈ, ਮਾਤਾ ਜੀ ਸੋਚਦੇ ਆ ਵੀ ਬਾਦਸ਼ਾਹ ਦੇ ਨਾਲ ਲੜਾਈ ਕਰਨੀ ਤਾਂ ਬਹੁਤ ਔਖੀ ਹੈ। ਫਿਰ ਹਿੰਦੁਸਤਾਨ ਦਾ ਮਾਲਕ ਹੈ, ਮੁਲਕਾਂ ਦਾ ਮਾਲਕ ਹੈ। ਹਾਂਜੀ। ਇੱਕ ਪੁੱਤਰਾ ਮੈਂ ਦੇਖਤ ਜੀਵਤ, ਮੈਂ ਇੱਕ ਪੁੱਤਰ ਦੀ ਮਾਂ ਆ, ਮੇਰਾ ਇੱਕੋ ਲਾਲ ਹੈ, ਉਹਨੂੰ ਮੈਂ ਦੇਖ ਦੇਖ ਕੇ ਜਿਉਂਦੀ ਹਾਂ। ਹਾਂਜੀ। ਨਿਕਟ ਰਹਿਣ ਤੇ ਸੀਤਲ ਥੀਵਤ, ਉਸ ਲਾਲ ਨੂੰ ਵੇਖ ਵੇਖ ਕੇ ਜਿਉਂਦੀ ਹਾਂ, ਦੇ ਕੋਲ ਵੇਖ ਕੇ ਮੇਰੇ ਮਨ ਨੂੰ ਠੰਡ ਪੈਂਦੀ ਹੈ। ਹਾਂਜੀ। ਕਿਮ ਤੁਮ ਸੰਗਰ ਕਰਨ ਉਚਾਰਾ, ਮਾਤਾ ਕਹਿਣ ਲੱਗੀ ਮੇਰਾ ਇੱਕੋ ਪੁੱਤਰ ਹੈ ਤੇ ਬਿਧੀ ਚੰਦ ਤੁਸੀਂ ਲੜਾਈ ਦੀਆਂ ਗੱਲਾਂ ਕਿਉਂ ਕਰਦੇ ਹੋ? ਤੁਸੀਂ ਕਹਿੰਦੇ ਜੰਗ ਕਰਾਂਗੇ, ਇਹ ਗੱਲ ਕਿਉਂ ਕਹੀ ਹੈ ਤੁਸੀਂ? ਹਾਂਜੀ। ਭਇਓ ਤਰਨ ਨਹਿ ਬਲ ਸੰਭਾਰਾ, ਅਜੇ ਬੱਚਾ ਜਵਾਨ ਹੋ ਰਿਹਾ, ਮੇਰਾ ਪੁੱਤਰ ਅਜੇ ਪੂਰਾ ਗੱਭਰੂ ਨਹੀਂ ਹੋਇਆ, ਅਜੇ ਨੇ ਪੂਰਾ ਬਲ ਨਹੀਂ ਸੰਭਾਲਿਆ। ਕਵਨ ਕਾਜ ਸੁਧਰਹਿ ਜਬ ਲਰੋ, ਤੁਸੀਂ ਲੜ ਕੇ ਸਵਾਰ ਕੀ ਲਓਗੇ? ਕੀ ਸੁਧਰ ਜਾਏਗਾ ਜੇ ਤੁਸੀਂ ਲੜਾਈ ਕਰ ਲਓਗੇ ਬਾਦਸ਼ਾਹ ਦੀ ਫੌਜਾਂ ਨਾਲ, ਮੁਗਲਾਂ ਨਾਲ, ਤੇ ਕੀ ਉਹਦਾ ਫਾਇਦਾ ਕੀ ਹੋਵੇਗਾ? ਮੈਨੂੰ ਦੱਸੋ ਜਰਾ। ਨਾਹਕ ਬਿਨ ਆਈ ਮ੍ਰਿਤ ਮਰੋ, ਬਿਨਾਂ ਆਈ ਮੌਤ ਮਰਨਾ ਕੋਈ ਸਿਆਣੀ ਗੱਲ ਥੋੜਾ ਵੀ ਆ ਬੈਲ ਮੁਝੇ ਮਾਰ, ਬਾਦਸ਼ਾਹ ਦੀਆਂ ਫੌਜਾਂ ਨੂੰ ਸੱਦੀਏ ਵੀ ਆਓ ਸਾਨੂੰ ਮਾਰੋ। ਬਿਨਾਂ ਆਈ ਮੌਤ ਮਰੀਏ, ਘਰ ਬੈਠੇ ਸੁੱਖ ਨਾਲ, ਤੁਹਾਡੇ ਕੋਲੋਂ ਆਰਾਮ ਨਾਲ ਨਹੀਂ ਰਿਹਾ ਜਾਂਦਾ। ਤੁਸੀਂ ਲੜਾਈ ਦੀਆਂ ਗੱਲਾਂ ਬਿਧੀ ਚੰਦ ਕਿਉਂ ਕਰਦੇ ਹੋ? ਹਾਂਜੀ। ਹਸ ਮਸਲਤ ਕੋ ਕਬਹੁ ਨਾ ਠਨ ਹੋ, ਮਾਤਾ ਜੀ ਥੋੜਾ ਜਿਹਾ ਪਿਆਰ ਨਾਲ, ਥੋੜੇ ਜਿਹੇ ਗੁੱਸੇ ਨਾਲ ਕਹਿੰਦੇ ਆ ਭਾਈ ਜੇਠਾ, ਭਾਈ ਬਿਧੀ ਚੰਦ, ਇੱਦਾਂ ਦੀ ਸਲਾਹ ਨਾ ਦਿਆ ਕਰੋ ਮੇਰੇ ਪੁੱਤਰ ਨੂੰ, ਇੱਦਾਂ ਦੀ ਸਲਾਹਾਂ ਨਾ ਕਰੋ, ਲੜਾਈ ਦੀਆਂ ਗੱਲਾਂ ਨਾ ਕਰੋ। ਕਰੋ ਬਖੇਰਾ ਸਭ ਕਿਛ ਹਨ ਹੋ, ਬਖੇੜਾ ਨਾ ਖੜਾ ਕਰੋ, ਕੋਈ ਲੜਾਈ ਨਾ ਛੇੜੋ, ਸਾਰਾ ਕੁਝ ਖਤਮ ਹੋ ਜਾਏਗਾ। ਲੜਾਈਆਂ ਦੇ ਵਿੱਚ ਬਰਬਾਦੀਆਂ ਹੁੰਦੀਆਂ ਨੇ, ਤਬਾਹੀਆਂ ਹੁੰਦੀਆਂ ਨੇ, ਉਜਾੜੇ ਹੁੰਦੇ ਨੇ, ਤੁਸੀਂ ਇਹ ਉਜਾੜਾ ਨਾ ਪਾਓ ਗੁਰੂ ਘਰ ਦੇ ਵਿੱਚ। ਹਾਂਜੀ। ਆਪਣੋ ਪੁਰ ਤਿਆਗਨ ਕਿਮ ਚਾਹੋ, ਆਪਣੀ ਧਰਤੀ ਅੰਮ੍ਰਿਤਸਰ ਕਿਉਂ ਛੱਡਣਾ ਚਾਹੁੰਦੇ ਹੋ? ਕਿਉਂ ਇਹ ਬਾਰ-ਬਾਰ ਕਹਿੰਦੇ ਹੋ? ਪਹਿਲੇ ਕਹਿੰਦੇ ਨੇ ਵੀ ਪਹਿਲਾਂ ਹੀ ਛੱਡ ਕੇ ਚਲੇ ਜਾਓ, ਤੁਸੀਂ ਕਹਿੰਦੇ ਹੋ ਵੀ ਨਹੀਂ ਉਦੋਂ ਛੱਡਾਂਗੇ ਜਦੋਂ ਲੜਾਈ ਹੋਵੇਗੀ। ਮੈਨੂੰ ਸਮਝ ਨਹੀਂ ਆਉਂਦੀ, ਤੁਸੀਂ ਅੰਮ੍ਰਿਤਸਰ ਛੱਡਣ ਦੀ ਗੱਲ ਹੀ ਮੂੰਹ ਤੇ ਕਿਉਂ ਲਿਆਉਂਦੇ ਹੋ? ਹਾਂਜੀ। ਬੜੇ ਬਿਘਨ ਜਾਨੋ ਰਣ ਮਾਹੋ, ਭਾਈ ਬਿਧੀ ਚੰਦ, ਲੜਾਈਆਂ 'ਚ ਬੜੇ ਵਿਘਨ ਪੈਂਦੇ ਨੇ, ਬਹੁਤ ਨੁਕਸਾਨ ਹੁੰਦੇ ਨੇ। ਪਿਤਾ ਪਿਤਾਮਾ ਕੋ ਜਹ ਬਾਸਾ, ਜਿੱਥੇ ਪਿਤਾ ਪਿਤਾਮਾ ਵਸੇ ਨੇ, ਮਹਾਰਾਜ ਗੁਰੂ ਅਰਜਨ ਦੇਵ ਜੀ, ਧੰਨ ਗੁਰੂ ਰਾਮਦਾਸ ਜੀ ਰਹੇ ਨੇ, ਉਸ ਪਵਿੱਤਰ ਨਗਰੀ ਨੂੰ, ਗੁਰੂ ਰਾਮਦਾਸ ਦੀ ਨਗਰੀ ਨੂੰ ਛੱਡ ਕੇ ਜਾਣਾ, ਲੜਾਈ ਕਰਨੀ, ਇਹ ਠੀਕ ਨਹੀਂ ਹੈ। ਹਾਂਜੀ। ਲਾਏ ਦਰਬ ਜਹ ਰਚੇ ਅਵਾਸਾ, ਮਹਾਰਾਜ ਨੇ ਬਹੁਤ ਇੱਥੇ ਲੱਖਾਂ ਕਰੋੜਾਂ ਰੁਪਇਆ ਖਰਚ ਕੇ ਸਰੋਵਰ ਬਣਾਇਆ, ਹਰਿਮੰਦਰ ਸਾਹਿਬ ਬਣਾਇਆ,
ਤੇ ਘਰ-ਬਾਰ ਗੁਰੂ ਕੇ ਮਹਿਲ ਬਣਾਏ ਗੁਰੂ ਰਾਮਦਾਸ ਜੀ ਨੇ ਰਹਿਣ ਵਾਸਤੇ। ਇਹੋ ਜੀ ਥਾਂ ਸੋਹਣੀ ਜਗ੍ਹਾ ਛੱਡ ਕੇ ਜਾਣਾ ਇਹ ਕੋਈ ਚੰਗੀ ਗੱਲ ਨਹੀਂ ਹੈ। ਕੂਪ ਤਾਲ ਆਦਿਕ ਲਗਵਾਏ, ਖੂਹ ਲਵਾਏ ਨੇ, ਸਰੋਵਰ ਲਵਾਏ ਨੇ, ਕਿੰਨੇ ਇੱਥੇ ਮਹਾਰਾਜ ਸਾਹਿਬ ਜੀ ਨੇ ਪਰਉਪਕਾਰ ਕੀਤੇ ਨੇ, ਗੁਰੂ ਅਰਜਨ ਦੇਵ ਜੀ ਨੇ, ਗੁਰੂ ਰਾਮਦਾਸ ਜੀ ਨੇ। ਹਾਂਜੀ, ਲੋਕ ਯਤਨ ਤੇ ਨਗਰ ਵਸਾਏ, ਬੜੇ ਯਤਨ ਕਰਕੇ ਲੋਕਾਂ ਨੂੰ ਇੱਥੇ ਵਸਾਇਆ ਹੈ। ਹਾਂਜੀ, ਬੁਨਿਆਦੀ ਇਹ ਥਾਨ ਹਮਾਰੋ, ਇਹ ਸਾਡਾ ਬੁਨਿਆਦੀ ਮੁੱਢਲਾ ਸਥਾਨ ਹੈ, ਸਾਡਾ ਘਰ ਹੈ ਜੱਦੀ ਅੰਮ੍ਰਿਤਸਰ। ਆਪਣਾ ਪਿੰਡ, ਆਪਣੀ ਧਰਤੀ, ਆਪਣਾ ਸ਼ਹਿਰ ਛੱਡਣਾ ਇਹ ਕੋਈ ਚੰਗੀ ਗੱਲ ਹੈ? ਤੁਸੀਂ ਕਹਿੰਦੇ ਛੱਡ ਜਾਵਾਂਗੇ, ਮੈਨੂੰ ਤਾਂ ਇਹ ਸੁਣ ਕੇ ਹੌਲ ਪੈਂਦੇ ਨੇ ਵੀ ਅੰਮ੍ਰਿਤਸਰ ਛੱਡ ਕੇ ਜਾਓਗੇ, ਕਿੱਥੇ ਜਾਓਗੇ? ਹਾਂਜੀ, ਬਸੇ ਰਹਿ ਜਿਮ ਤਥਾ ਉਚਾਰੋ। ਇਹ ਭਾਈ ਬਿਧੀ ਚੰਦ ਅੱਗੇ ਨੂੰ ਆਇੰਦਾ ਇੱਦਾਂ ਦੀ ਗੱਲ ਮੂੰਹ ਤੋਂ ਨਾ ਕੱਢਿਆ ਜੇ। ਇੱਦਾਂ ਹੀ ਕਿਹਾ ਜੇ ਵੀ ਇੱਥੇ ਹੀ ਰਹਿਣਾ, ਅੰਮ੍ਰਿਤਸਰ 'ਚ ਹੀ ਵਸਣਾ, ਹੱਸਣਾ, ਖੇਡਣਾ, ਗੁਰੂ ਦੀ ਨਗਰੀ, ਇੱਥੇ ਰੌਣਕਾਂ ਲੱਗੀਆਂ ਰਹਿਣ, ਕਥਾ ਕੀਰਤਨ ਹੁੰਦਾ ਰਹੇ। ਆਹ ਜਿਹੜੀਆਂ ਤੁਸੀਂ ਲੜਾਈ ਝਗੜੇ ਦੀਆਂ ਗੱਲਾਂ ਕਰਦੇ ਹੋ ਇਹ ਬਰਬਾਦੀ ਕਰਦੀਆਂ ਨੇ, ਇਹ ਨਾ ਕਰਿਆ ਜੇ। ਹਾਂਜੀ, ਪ੍ਰਥਮ ਕਰੋ ਨਿਰਣੈ ਸਭ ਐਸੇ, ਪਹਿਲਾਂ ਤਾਂ ਨਿਰਣਾ ਕਰੋ ਵੀ ਗੱਲ ਹੈ ਕੀ ਹੈ, ਫਿਰ ਉਹਦਾ ਮਸਲੇ ਦਾ ਹੱਲ ਕੱਢੋ। ਹਾਂਜੀ, ਚਾਹੋ ਹਕਾਰਤ ਹੈ ਅਬ ਕੈਸੇ, ਬਾਦਸ਼ਾਹ ਬੁਲਾ ਕਿਉਂ ਰਿਹਾ ਇਹ ਵੀ ਪਤਾ ਕਰੋ ਨਾ, ਵੀ ਬਾਦਸ਼ਾਹ ਨੇ ਬੁਲਾਇਆ ਹੈ ਤਾਂ ਬੁਲਾਉਣ ਦੀ ਵਜ੍ਹਾ ਕੀ ਹੈ, ਕਾਰਨ ਕੀ ਹੈ। ਜੇ ਕੋਈ ਬਾਦਸ਼ਾਹ ਨੇ ਦਰਸ਼ਨਾਂ ਲਈ ਬੁਲਾਇਆ ਜਾਂ ਕੋਈ ਹੋਰ ਕਿਸੇ ਨੇ ਸ਼ਿਕਾਇਤ ਕੀਤੀ ਹੈ, ਉਹਦਾ ਸਾਰਾ ਪਤਾ ਕਰਕੇ ਫਿਰ ਨਿਰਣਾ ਕਰਕੇ ਅਗਲਾ ਕਦਮ ਉਠਾਓ। ਜਿਸ ਤੇ ਨਹਿ ਬਿਗੜੈ ਰਸ ਰਾਖੋ, ਇਹੋ ਜੀ ਗੱਲ ਬਣਾਓ ਬਾਦਸ਼ਾਹ ਨਾਲ ਵੀ ਵਿਗਾੜ ਵੀ ਨਾ ਪਵੇ, ਆਪਣਾ ਬਚਾਅ ਵੀ ਹੋਵੇ, ਪ੍ਰੇਮ ਬਣਿਆ ਰਵੇ, ਰਸ ਬਣਿਆ ਰਵੇ। ਝਗੜੇ ਵਾਲੀ ਜਿਹੜੀ ਗੱਲ ਹੈ ਨਾ ਉਹ ਨਾ ਬਣਨ ਦਿਓ। ਹਾਂਜੀ, ਇਮ ਵਿਚਾਰ ਕਰ ਮਸਲਤ ਭਾਖੋ, ਇਸ ਤਰ੍ਹਾਂ ਵਿਚਾਰ ਕਰਕੇ ਦੱਸੋ, ਕੋਈ ਚੰਗੀ ਸਲਾਹ ਦਿਓ, ਕੋਈ ਵਧੀਆ ਮਸਲੇ ਦਾ ਹੱਲ ਕੱਢੋ। ਇਹ ਤਾਂ ਕੋਈ ਗੱਲ ਨਾ ਹੋਈ ਵੀ ਪਹਿਲਾਂ ਕਹਿੰਦੇ ਛੱਡ ਕੇ ਚੱਲੀਏ, ਦੂਜੇ ਕਹਿੰਦੇ ਨਹੀਂ ਛੱਡ ਕੇ ਨਹੀਂ ਜਾਣਾ, ਲੜ ਕੇ ਫਿਰ ਛੱਡਾਂਗੇ। ਇਹ ਤਾਂ ਸਾਨੂੰ ਸਮਝ ਨਹੀਂ ਆਉਂਦੀ। ਮਾਤਾ ਜੀ ਕਹਿੰਦੇ ਇਹ ਗੱਲ ਜੱਚਦੀ ਨਹੀਂ, ਨਾ ਤਾਂ ਅੰਮ੍ਰਿਤਸਰ ਛੱਡਣਾ ਤੇ ਨਾ ਹੀ ਲੜਾਈ ਕਰਨੀ ਹੈ। ਬਾਦਸ਼ਾਹ ਦੇ ਨਾਲ ਆਪਾਂ ਵਿਗਾੜ ਨਹੀਂ ਪਾਉਣਾ। ਦੋਹਰਾ ਸ੍ਰੀ ਗੰਗਾ ਕੇ ਬਾਕ ਸੁਨ, ਮਾਤਾ ਗੰਗਾ ਜੀ ਨੇ ਜਦੋਂ ਇਸ ਤਰ੍ਹਾਂ ਦੇ ਬਚਨ ਕਹੇ, ਇਹਨਾਂ ਬਚਨਾਂ ਨੂੰ ਸੁਣ ਕੇ ਬ੍ਰਿਧ ਭਾਈ ਗੁਰਦਾਸ, ਬਾਬਾ ਬੁੱਢਾ ਜੀ ਤੇ ਭਾਈ ਗੁਰਦਾਸ ਜੀ ਵਿਚਾਰ ਕਰਕੇ ਬੋਲੇ। ਲਖੈ ਭਵਿੱਖਿਤ ਸਗਲ ਗਤ, ਕਿਉਂਕਿ ਬਾਬਾ ਬੁੱਢਾ ਜੀ ਤੇ ਭਾਈ ਗੁਰਦਾਸ ਜੀ ਭਵਿੱਖ ਦੀ ਗੱਲ ਵੀ ਜਾਣਦੇ ਸੀ, ਆਉਣ ਵਾਲੇ ਸਮੇਂ 'ਚ ਕੀ ਹੋਣਾ ਬਾਬਾ ਬੁੱਢਾ ਜੀ ਨੂੰ ਸਭ ਦਿਸਦਾ ਸੀ। ਹਰ ਇੱਕ ਬੰਦੇ ਨੂੰ ਨਹੀਂ ਪਤਾ ਹੁੰਦਾ, ਪਰ ਮਹਾਂਪੁਰਸ਼ਾਂ ਨੂੰ, ਬ੍ਰਹਮ ਗਿਆਨੀਆਂ ਨੂੰ ਪਤਾ ਹੁੰਦਾ। ਬਾਬਾ ਬੁੱਢਾ ਜੀ ਜਾਣਦੇ ਵੀ ਅੱਗੇ ਕੀ ਭਾਣਾ ਵਰਤਣਾ। ਹਾਂਜੀ, ਬੋਲੇ ਕਰਤ ਪ੍ਰਕਾਸ਼, ਬਾਬਾ ਬੁੱਢਾ ਜੀ ਬੋਲੇ ਹਨ, ਚੌਪਈ ਮਾਤਾ ਜੀ ਸੁਣਿਐ ਹਮ ਕਹੇ, ਇਹ ਮਾਤਾ ਜੀ ਸਾਡੀ ਬੇਨਤੀ ਸੁਣੋ। ਸ੍ਰੀ ਹਰਿ ਗੋਬਿੰਦ ਸਭ ਗਤ ਲਹੇ, ਇਹ ਗੁਰੂ ਸਾਹਿਬ ਛੇਵੇਂ ਪਾਤਸ਼ਾਹ ਜੀ ਅੰਤਰਜਾਮੀ ਸਭ ਕੁਝ ਜਾਣੀ ਜਾਣ ਹਨ। ਹੋਣਹਾਰ ਇਨ ਤੇ ਨਹਿ ਛਾਨੀ, ਇਹਨਾਂ ਤੋਂ ਕੋਈ ਗੱਲ ਲੁਕੀ ਛਿਪੀ ਨਹੀਂ ਹੈ, ਜੋ ਹੋਣਾ ਇਹਨਾਂ ਨੂੰ ਸਭ ਪਤਾ ਹੈ। ਜੋ ਭਾਣਾ ਅੱਗੇ ਵਰਤਣਾ ਹੈ ਇਹ ਸਭ ਜਾਣਦੇ ਹਨ, ਜਾਣੀ ਜਾਣਨ। ਭਵਿੱਖ ਦੀ ਵਾਰਤਾ ਦਾ ਇਹਨਾਂ ਨੂੰ ਗਿਆਨ ਹੈ। ਜੋ ਕਰਨੋ ਸਗਰੋ ਮਨ ਜਾਨੀ, ਜੋ ਇਹਨਾਂ ਨੇ ਕਰਨਾ ਇਹ ਸਭ ਜਾਣਦੇ ਹਨ। ਪ੍ਰਥਮ ਸਬਤ ਹਿਤ ਚੰਦੂ ਮਾਰਨ, ਪਹਿਲਾਂ ਜੋ ਇਹਨਾਂ ਨੇ ਸਹੁੰ ਪਾਈ ਹੈ, ਜੋ ਇਹਨਾਂ ਨੇ ਕਸਮ ਪਾਈ ਹੈ, ਚੰਦੂ ਨੂੰ ਮਾਰਾਂਗੇ, ਕੁੱਤੇ ਦੀ ਮੌਤ ਮਾਰਾਂਗੇ। ਬੈਠ ਸਭਨ ਮਹਿ ਕੀਨ ਉਚਾਰਨ, ਭਰੀ ਸਭਾ ਦੇ ਵਿੱਚ ਜੋ ਬਚਨ ਕਿਹਾ ਹੈ। ਦੁਤੀਏ ਗੁਰ ਅਰਜਨ ਬ੍ਰਿਤਾਂਤ, ਦੂਜੀ ਗੱਲ ਜੋ ਪੰਜਵੇਂ ਪਾਤਸ਼ਾਹ ਮਹਾਰਾਜ ਦੀ ਸ਼ਹੀਦੀ ਅਜੇ ਛੁਪੀ ਹੋਈ ਹੈ। ਹੋਵਨ ਲਗਿਓ ਅਭੈ ਬਖਿਆਤ, ਮਾਤਾ ਜੀ ਉਹ ਪ੍ਰਗਟ ਹੋਣ ਲੱਗੀ ਹੈ ਹੁਣ, ਪਾਪੀ ਦਾ ਪਾਪ ਜ਼ਾਹਰ ਹੋਣ ਲੱਗਾ ਹੈ। ਇਹ ਤੁਸੀਂ ਇੱਧਰ ਧਿਆਨ ਦਿਓ। ਮਾਈ ਹੋਣਹਾਰ ਸੋ ਹੋਈ ਹੈ, ਰਾਤ ਰਿਓ ਰਚਨਾ ਪ੍ਰਭ ਆਪਣੀ, ਕਹਾਂ ਲਾਭ ਕਹਾਂ ਖੋਈ ਹੈ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਕਿ ਜੋ ਹੋਣਾ ਉਹ ਹੀ ਹੋਣਾ,
ਤੇ ਬਾਬਾ ਬੁੱਢਾ ਜੀ ਨੂੰ ਪਤਾ ਵੀ ਕੀ ਹੋਣਾ। ਉਹ ਕਹਿੰਦੇ ਹੋਣਾ ਇਹ ਹੈ ਵੀ ਚੰਦੂ ਦਾ ਪਾਪ ਨੰਗਾ ਹੋ ਜਾਣਾ ਤੇ ਗੁਰੂ ਸਾਹਿਬ ਨੇ ਉਹਨੂੰ ਕਾਬੂ ਕਰ ਲੈਣਾ। ਹਾਂਜੀ, ਪਲਟੋ ਲੈਬੇ ਕੋ ਅਬ ਸਮੋ, ਹੁਣ ਬਦਲਾ ਲੈਣ ਦਾ ਸਮਾਂ ਆ ਗਿਆ। ਦਿੱਲੀ ਚਲੋ ਇਹੀ ਮਤ ਹਮੋ, ਇਹੀ ਸਾਡੀ ਮੱਤ ਹੈ ਵੀ ਗੁਰੂ ਸਾਹਿਬ ਨੂੰ ਦਿੱਲੀ ਜਾਣਾ ਚਾਹੀਦਾ। ਦਿੱਲੀ ਚਲੀਏ, ਬਾਦਸ਼ਾਹ ਨੂੰ ਮਿਲੀਏ। ਹਾਂਜੀ, ਬਿਨਾ ਚਲੇ ਨਹਿ ਮਾਰਨ ਹੋਏ, ਜਿੰਨਾ ਚਿਰ ਅਸੀਂ ਦਿੱਲੀ ਨਹੀਂ ਜਾਵਾਂਗੇ, ਬਾਦਸ਼ਾਹ ਨੂੰ ਨਹੀਂ ਮਿਲਾਂਗੇ ਔਰ ਗੁਰੂ ਅਰਜਨ ਦੇਵ ਦੀ ਸ਼ਹੀਦੀ ਦਾ ਮੁਕੱਦਮਾ ਨਹੀਂ ਖੁੱਲ੍ਹੇਗਾ, ਉਹਨਾਂ ਚਿਰ ਚੰਦੂ ਨੂੰ ਮਾਰਿਆ ਵੀ ਨਹੀਂ ਜਾ ਸਕਦਾ। ਚੰਦੂ ਨੂੰ ਕਿਵੇਂ ਮਾਰਾਂਗੇ? ਜਿੰਨਾ ਚਿਰ ਉਹਦਾ ਪਾਪ ਜ਼ਾਹਰ ਨਹੀਂ ਹੁੰਦਾ। ਸਾਰਾ ਕੁਝ ਤਾਂ ਹੋਵੇਗਾ ਜੇ ਦਿੱਲੀ ਜਾਵਾਂਗੇ। ਪੂਰਨ ਕਰਹਿ ਸਫਤ ਕਰ ਜੋਏ, ਮਹਾਰਾਜ ਨੇ ਜੋ ਪਰਨ ਕੀਤਾ ਹੈ ਇਹ ਮਹਾਰਾਜ ਪੂਰਾ ਕਰਨਗੇ। ਹਾਂਜੀ, ਸ੍ਰੀ ਅੰਮ੍ਰਿਤਸਰ ਬਸੋ ਸੁਖਾਰੇ, ਅੰਮ੍ਰਿਤਸਰ ਨੂੰ ਕੁਛ ਨਹੀਂ ਹੋਣਾ ਮਾਤਾ ਜੀ, ਤੁਸੀਂ ਅੰਮ੍ਰਿਤਸਰ ਵਿੱਚ ਰਹੋ, ਪਰਿਵਾਰ ਸਾਰਾ ਰਵੇ। ਜਹਾਂਗੀਰ ਨਹਿ ਕਰਹਿ ਬਿਗਾਰੇ, ਜਹਾਂਗੀਰ ਕੋਈ ਵਿਗਾੜ ਨਹੀਂ ਕਰੇਗਾ, ਗੁਰੂ ਸਾਹਿਬ ਦੇ ਨਾਲ ਬਣਾ ਕੇ ਰੱਖੇਗਾ। ਬਾਬਾ ਬੁੱਢਾ ਜੀ ਨੂੰ ਸਭ ਪਤਾ ਅੱਗੇ ਕੀ ਹੋਣਾ। ਹਾਂਜੀ, ਆਗੇ ਸ਼ਾਹੇ ਜਹਾਂ ਜਬ ਹੋਏ, ਅੱਗੇ ਬਾਅਦ ਵਿੱਚ ਸ਼ਾਹਜਹਾਨ ਹੋਵੇਗਾ, ਬਾਦਸ਼ਾਹ ਬਦਲੇਗਾ, ਉਹ ਅਜੇ ਬੜੀ ਦੂਰ ਦੀ ਗੱਲ ਹੈ। ਉਦੋਂ ਫਿਰ ਦੇਖੀ ਜਾਏਗੀ ਜੋ ਹੋਵੇਗੀ। ਅਜੇ ਕੁਛ ਨਹੀਂ ਹੋਣਾ। ਜਹਾਂਗੀਰ ਦੇ ਸਮੇਂ ਗੁਰੂ ਘਰ ਨਾਲ ਕੋਈ ਜੰਗ ਨਹੀਂ ਹੋਇਆ ਬਾਦਸ਼ਾਹ ਦਾ, ਗੁਰੂ ਘਰ ਦਾ ਤੇ ਬਾਦਸ਼ਾਹ ਦਾ ਕੋਈ ਲੜਾਈ, ਕੋਈ ਦੰਗਾ ਨਹੀਂ ਹੋਇਆ। ਜਦੋਂ ਉਹਦਾ ਪੁੱਤਰ ਜਹਾਂਗੀਰ ਦਾ ਸ਼ਾਹਜਹਾਨ ਗੱਦੀ ਤੇ ਬੈਠਾ, ਜਿਹੜਾ ਇਸ ਖਾਨਦਾਨ ਦਾ 5ਵਾਂ ਬਾਦਸ਼ਾਹ ਸੀ, ਮੁਗਲੀਆ ਖਾਨਦਾਨ, ਉਸ ਵੇਲੇ ਫਿਰ ਲੜਾਈ ਜੰਗ ਸ਼ੁਰੂ ਹੋਏ। ਹਾਂਜੀ, ਜਿਮ ਗੁਰ ਕਰਹਿ ਵਰਤ ਹੈ ਸੋਏ, ਸੋ ਜਿਵੇਂ ਗੁਰੂ ਸਾਹਿਬ ਕਰਨਗੇ ਉਵੇਂ ਹੀ ਹੋਣਾ। ਇਸ ਕਰਕੇ ਮਾਤਾ ਜੀ ਤੁਸੀਂ ਚਿੰਤਾ ਨਾ ਕਰੋ। ਹਾਂਜੀ, ਅਬ ਚੰਦੂ ਕੋ ਗਰਦ ਮਿਲਾਵ ਹੋ, ਹੁਣ ਚੰਦੂ ਨੂੰ ਗਰਦ 'ਚ ਮਿਲਾ ਦਈਏ, ਉਹਨੂੰ ਮਾਰ ਦਈਏ, ਕਿਉਂਕਿ ਉਹਨੇ ਬਹੁਤ ਵੱਡਾ ਜ਼ੁਲਮ ਕੀਤਾ ਗੁਰੂ ਸਾਹਿਬ ਨੂੰ ਸ਼ਹੀਦ ਕਰਕੇ। ਹਾਂਜੀ, ਸੋ ਜਸ ਵਿਸਾਲ ਜਗਤ ਮਹਿ ਪਾਵ ਹੋ, ਇਸ ਤੋਂ ਬਿਨਾਂ ਸਾਡਾ ਗੁਰੂ ਮਹਾਰਾਜ ਸਾਹਿਬ ਜੀ ਦਾ ਜੋ ਮਨ ਹੈ ਸਾਰੀ ਸੰਗਤਾਂ ਦਾ, ਉਹ ਵੀ ਸ਼ਾਂਤ ਨਹੀਂ ਹੋਣਾ ਤੇ ਸੁਜਸ ਵੀ ਨਹੀਂ ਹੋਣਾ। ਜਿਹੜਾ ਆਪਣੇ ਬਜ਼ੁਰਗਾਂ ਦਾ ਬਦਲਾ ਨਹੀਂ ਲੈ ਸਕਦਾ, ਉਹਨੂੰ ਵੀ ਬੜੀ ਵੱਡੀ ਧਿਕਾਰ ਹੁੰਦੀ। ਇਸ ਕਰਕੇ ਗੁਰੂ ਸਾਹਿਬ ਜੀ ਦੀ ਸ਼ਹੀਦੀ ਦਾ ਬਦਲਾ ਲਈਏ ਹੁਣ। ਹਾਂਜੀ, ਇੱਕ ਵਜ਼ੀਰ ਖਾਨ ਨਿਤ ਢਿਗ ਸ਼ਾਹੂ, ਇੱਕ ਵਜ਼ੀਰ ਖਾਂ ਹੈ ਜਿਹੜਾ ਗੁਰੂ ਘਰ ਦਾ ਪ੍ਰੇਮੀ ਬਾਦਸ਼ਾਹ ਕੋਲ ਰਹਿੰਦਾ ਹੈ। ਸਤਿਗੁਰ ਕੋ ਸੇਵਕ ਸੁਖ ਚਾਹੂ, ਗੁਰੂ ਘਰ ਦਾ ਸੇਵਕ ਹੈ, ਗੁਰੂ ਘਰ ਦੀ ਸੁਖ ਚਾਹੁੰਦਾ ਹੈ। ਤਿਸਨੇ ਸਰਬ ਬਾਤ ਸਮਝਾਈ, ਵਜ਼ੀਰ ਖਾਂ ਨੇ ਵੀ ਸਾਨੂੰ ਸਾਰਿਆਂ ਨੂੰ ਇਹੀ ਗੱਲ ਕਹੀ ਹੈ ਕਿ ਗੁਰੂ ਸਾਹਿਬ ਨੂੰ ਦਿੱਲੀ ਜਾਣਾ ਹੀ ਚਾਹੀਦਾ। ਹਾਂਜੀ, ਚਲ ਹੈ ਗੁਰੂ ਚੰਦੂ ਲੈ ਘਾਈ, ਦਿੱਲੀ ਜਾਣਗੇ ਮਹਾਰਾਜ, ਉੱਥੇ ਬਹੁਤ ਮਸਲੇ ਹੱਲ ਹੋਣਗੇ। ਚੰਦੂ ਨੂੰ ਵੀ ਮਾਰਨਗੇ ਮਹਾਰਾਜ। ਹਾਂਜੀ, ਜਹਾਂਗੀਰ ਚਹਿ ਫਰਸ਼ ਉਤਾਰੋ ਉਤਾਰੋ, ਬਾਦਸ਼ਾਹ ਜਿਹੜਾ ਹੈ ਉਹ ਚਾਹੁੰਦਾ ਹੈ ਵੀ ਆਪਣੇ ਸਿਰ ਤੋਂ ਇਹ ਫਰਜ਼ ਅਦਾ ਕਰ ਦੇਵੇ। ਦੇਹੋ ਪਲਟਾ ਜਿਸ ਨੇ ਗੁਰ ਮਾਰਾ, ਜਿਸ ਨੇ ਮਹਾਰਾਜ ਨੂੰ ਸ਼ਹੀਦ ਕੀਤਾ ਉਹਦੇ ਕੋਲੋਂ ਬਦਲਾ ਲਿਆ ਜਾਵੇ, ਚੰਦੂ ਨੂੰ ਮਾਰਿਆ ਜਾਵੇ। ਨੇ ਆਛੇ ਕੁਛ ਕਰਨ ਬਖੇਰਾ, ਤੇ ਮਾਤਾ ਜੀ ਲੜਾਈ ਦੀ ਗੱਲ ਅਜੇ ਕੋਈ ਨਹੀਂ ਹੈ, ਬਖੇੜਾ ਕਰਨ ਦੀ ਲੋੜ ਨਹੀਂ, ਮੁਕਾਬਲਾ ਕਰਨ ਦੀ ਅਜੇ ਕੋਈ ਲੋੜ ਨਹੀਂ। ਬਾਬਾ ਬੁੱਢਾ ਜੀ ਭਾਈ ਬਿਧੀ ਚੰਦ ਜੀ ਨੂੰ ਸਮਝਾਉਂਦੇ ਆ ਵੀ ਅਜੇ ਜੰਗ ਦੀ ਗੱਲ ਨਾ ਕਰੋ, ਜਦੋਂ ਸਮਾਂ ਆਵੇਗਾ ਉਦੋਂ ਜੰਗ ਕਰਾਂਗੇ, ਬਿਨਾਂ ਮਤਲਬ ਦੇ ਲੜਾਈ ਨਹੀਂ ਕਰਨੀ ਚਾਹੀਦੀ। ਹਾਂਜੀ, ਬਿਗਰੇ ਪਰ ਹੈ ਜੰਗ ਵਡੇਰਾ, ਜੇ ਅਸੀਂ ਨਹੀਂ ਜਾਵਾਂਗੇ ਫਿਰ ਜੰਗ ਹੋਵੇਗਾ। ਜੇ ਗੁਰੂ ਸਾਹਿਬ ਨਹੀਂ ਜਾਣਗੇ ਦਿੱਲੀ ਤਾਂ ਫਿਰ ਕਲਾ ਕਲੇਸ਼ ਵੱਧ ਸਕਦੀ ਹੈ, ਲੜਾਈ ਹੋ ਸਕਦੀ ਹੈ, ਫਾਇਦਾ ਘੱਟ ਹੋਏਗਾ, ਨੁਕਸਾਨ ਜ਼ਿਆਦਾ ਹੋਏਗਾ। ਇਸ ਕਰਕੇ ਗੁਰੂ ਸਾਹਿਬ ਨੂੰ ਦਿੱਲੀ ਜਾਣ ਵਿੱਚ ਹੀ ਭਲਾਈ ਹੈ। ਹਾਂਜੀ, ਕੌਣ ਕਾਜ ਹਿਤ ਕਰੋ ਬਿਖਾਦਾ, ਬਾਬਾ ਬੁੱਢਾ ਜੀ ਕਹਿੰਦੇ ਵੀ ਬਿਨਾਂ ਕੰਮ ਦੇ ਲੜਾਈ ਨਹੀਂ ਕਰੀਦੀ ਹੁੰਦੀ। ਅਜੇ ਹੁਣ ਫਾਇਦਾ ਹੀ ਨਹੀਂ ਕੋਈ ਲੜਾਈ ਕਰਨ ਦਾ। ਹਾਂਜੀ, ਅਸ ਕੀਜ ਹੈ ਜਿਮ ਹੋਏ ਅਹਲਾਦਾ, ਇਹੋ ਜਿਹਾ ਕੰਮ ਕਰੋ ਜਿਹਦੇ ਨਾਲ ਕੰਮ ਸੱਪ ਵੀ ਮਰ ਜਾਵੇ ਤੇ ਲਾਠੀ ਵੀ ਬਚ ਜਾਵੇ। ਹਾਂਜੀ, ਸ੍ਰੀ ਅਰਜਨ ਸਭ ਅੰਤਰ ਜਾਮੀ, ਮਹਾਰਾਜ 5ਵੇਂ ਪਾਤਸ਼ਾਹ ਗੁਰੂ ਅਰਜਨ ਦੇਵ ਜੀ ਜਾਣੀ ਜਾਣ ਸਨ, ਅੰਤਰਜਾਮੀ ਸਨ। ਹਾਂਜੀ, ਚਾਹੇ ਸੋ ਕਰੈ ਜਗਤ ਕੇ ਸੁਆਮੀ, ਉਹ ਸਾਰੇ ਜਗਤ ਦੇ ਮਾਲਕ ਸਨ, ਜੋ ਚਾਹ ਕਰ ਸਕਦੇ ਸੀ। ਹਾਂਜੀ, ਸਮੋ ਜਾਨ ਤਨ ਤਜਬੇ ਆਵਾ, ਉਹਨਾਂ ਨੇ ਇਹ ਜਾਣ ਕੇ ਵੀ ਇਹ ਚੋਲਾ ਤਿਆਗਣ ਦਾ ਸਮਾਂ ਆ ਗਿਆ। ਸਿਮਰਿਓ ਗਿਆਨੀ ਸਰਾਪ ਅਲਾਵਾ, ਤੇ ਉਹਨਾਂ ਨੇ ਬੜੇ ਆਰਾਮ ਨਾਲ ਚੰਦੂ ਦੇ ਘਰ ਤਤੀਆਂ ਤਵੀਆਂ ਤੇ ਬਹਿ ਕੇ ਸ਼ਹੀਦੀ ਪਾ ਲਈ।
ਹਾਂਜੀ, ਸਾਚ ਕਰਨ ਹਿਤ ਬਚਤ ਸਕੇਰਾ। ਉਹਨਾਂ ਨੇ ਬਚਨ ਪੂਰੇ ਕਰ ਦਿੱਤੇ ਜਿਹੜੇ ਮਹਾਂਪੁਰਸ਼ਾਂ ਦੇ ਹੁੰਦੇ ਆ। ਮਹਾਂਪੁਰਸ਼ ਕਦੀ ਆਪਣੀ ਮਰਿਆਦਾ ਦਾ ਉਲੰਘਣ ਨਹੀਂ ਕਰਦੇ, ਜੋ ਬਚਨ ਕਰਦੇ ਪੂਰਾ ਕਰ ਦਿੰਦੇ। ਹਾਂਜੀ, ਦੇ ਚੰਦੂ ਸਿਰ ਦੋਸ਼ ਵਡੇਰਾ। ਚੰਦੂ ਨੂੰ ਦੋਸ਼ੀ ਬਣਾ ਕੇ ਮਹਾਰਾਜ ਸ਼ਹੀਦ ਹੋ ਗਏ। ਧੰਨ ਸ੍ਰੀ ਗੁਰੂ ਅਰਜਨ ਦੇਵ ਪੰਜਵੇਂ ਪਾਤਸ਼ਾਹ। ਗਏ ਬੇਕੁੰਠ ਮੁਕੰਦ ਸੋ ਛੰਦੇ। ਆਪਣੀ ਮਰਜ਼ੀ ਨਾਲ ਸੱਚਖੰਡ ਚਲੇ ਗਏ। ਉਹਨਾਂ ਨੂੰ ਕੋਈ ਮਾਰ ਨਹੀਂ ਸਕਦਾ, ਉਹਨਾਂ ਨੂੰ ਕੋਈ ਕਿਸੇ ਤਰ੍ਹਾਂ ਦੇ ਦੁੱਖ ਨਹੀਂ ਦੇ ਸਕਦਾ। ਉਹਦਾ ਪਰਮੇਸ਼ਰ ਰੂਪ ਹਨ, ਜੋਤ ਰੂਪ ਹਨ, ਪਰ ਜੋ ਲੀਲਾ ਕਰਨੀ ਸੀ ਕਰ ਗਏ। ਹਾਂਜੀ, ਨਹੀਂ ਪ੍ਰਤੰਤਰ ਰੂਪ ਆਨੰਦੇ। ਉਹ ਕਿਸੇ ਦੇ ਅਧੀਨ ਨਹੀਂ ਹਨ, ਇਸ ਕਰਕੇ ਉਹਨਾਂ ਨੂੰ ਕਿਸੇ ਦਾ ਕੋਈ ਡਰ ਭੈ ਵੀ ਨਹੀਂ, ਉਹ ਪ੍ਰਤੰਤਰ ਨਹੀਂ ਹਨ। ਪੰਚੋ ਸਤਿਗੁਰ ਕੇ ਅਬ ਰੂਪ। ਉਹਨਾਂ ਪੰਜਾਂ ਪਾਤਸ਼ਾਹੀਆਂ ਦਾ ਹੀ ਰੂਪ। ਸ੍ਰੀ ਹਰਿ ਗੋਬਿੰਦ ਜੋਤ ਅਨੂਪ। ਇਹ ਗੁਰੂ ਹਰਗੋਬਿੰਦ ਸਾਹਿਬ ਸਾਡੇ ਸਾਹਮਣੇ ਬੈਠੇ ਹਨ। ਜਿਵੇਂ ਚਾਹੈ ਇਹ ਕਰਹਿ ਗੁਸਾਈ। ਇਹ ਵੀ ਸਮਰੱਥ ਹਨ, ਜੋ ਚਾਹਣ ਕਰ ਸਕਦੇ ਹਨ। ਸਭ ਪਰ ਬਲੀ ਚਿੰਤ ਨਹਿ ਕਾਈ। ਇਹ ਸਾਰਿਆਂ ਤੋਂ ਬਲੀ ਹਨ, ਇਹਨਾਂ ਦੇ ਹੁੰਦਿਆਂ ਸਾਨੂੰ ਕੋਈ ਚਿੰਤਾ ਨਹੀਂ। ਬਾਬਾ ਬੁੱਢਾ ਜੀ ਨੇ ਸਭ ਨੂੰ ਹੌਸਲਾ ਦਿੱਤਾ। ਸਾਰਾ ਮਸਲਾ, ਸਾਰਿਆਂ ਦੇ ਸਵਾਲਾਂ ਦਾ ਜਵਾਬ ਆ ਗਿਆ। ਦੇਖੋ, ਮਹਾਂਪੁਰਸ਼ ਦੀ ਬ੍ਰਹਮ ਗਿਆਨੀ ਦੀ ਅਵਸਥਾ ਹੁੰਦੀ, ਜਿੰਨੇ ਵੀ ਉੱਥੇ ਜਿੰਨੇ ਮੂੰਹ ਸੀ ਉਨੀਆਂ ਗੱਲਾਂ ਸੀਗੀਆਂ। ਬਾਬਾ ਜੀ ਨੇ ਸਾਰਿਆਂ ਨੂੰ ਸੈਟਿਸਫਾਈ ਕਰ ਦਿੱਤਾ। ਜਿਹੜੇ ਬਸੰਤ ਕਹਿੰਦੇ ਸੀ ਤੂੰ ਚਲੇ ਜਾਈਏ ਭੱਜ ਕੇ ਡਰ ਕੇ, ਉਹਨਾਂ ਨੂੰ ਵੀ, ਜਿਹੜੇ ਲੜਾਕੇ ਸੀ ਜੋਧੇ ਬਿਧੀ ਚੰਦ ਵਰਗੇ, ਉਹਨਾਂ ਨੂੰ ਵੀ, ਮਾਤਾ ਜੀ ਨੂੰ ਵੀ, ਤੇ ਸਾਰਿਆਂ ਨੂੰ ਬਈ ਆਪਾਂ ਇੱਦਾਂ ਕਰੀਏ, ਆਪਾਂ ਜੇ ਨਾ ਲੜਾਈ ਕਰੀਏ, ਨਾ ਅੰਮ੍ਰਿਤਸਰ ਛੱਡੀਏ, ਆਪਾਂ ਦਿੱਲੀ ਚਲੀਏ, ਬਾਦਸ਼ਾਹ ਨੂੰ ਮਿਲੀਏ। ਬਾਬਾ ਬੁੱਢਾ ਜੀ ਇਹ ਫੈਸਲਾ ਗੁਰੂ ਹਰਗੋਬਿੰਦ ਸਾਹਿਬ ਨੇ ਵੀ ਮੰਨ ਲਿਆ ਤੇ ਜਾਣ ਦੀਆਂ ਤਿਆਰੀਆਂ ਹੋ ਗਈਆਂ। ਕਿਵੇਂ ਦਿੱਲੀ ਗਏ ਉਹ ਕਥਾ ਆਪਾਂ ਸਰਵਣ ਕਰਾਂਗੇ। ਸਮੇਂ ਦੇ ਲਿਹਾਜ਼ ਨਾਲ ਸਮਾਪਤੀ ਹੈ।